ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੋ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਦਨ ਅਨਕ ਬਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਵੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨ, ਧਾਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਨ ਤੇ ਵੜਿਆਗੀ, ਭਾਵ ਹੈ ਗਤ ਵਿਸ਼ਰਾਮ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਠ ਮਹਲਾ ਨਾਵਾ, ਮਨ ਰੇ ਕੌਣ ਕੁਮਤ ਤੈ ਲੀਨੀ। ਪਰ ਤਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਤਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਰਹਾਉ ਮੁਕਤਾ ਪੰਥ ਜਾਣਿਓ ਤੈ ਨਾਹਿਨ, ਤਨ ਜੋਰਨ ਕੋ ਧਾਇਆ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਹਰਿ ਭਜਿਓ ਨਾ ਗੁਰ ਜਨ ਸੇਵਿਓ, ਨਾ ਉਪਜਿਓ ਕੁਛ ਗਿਆਨਾ। ਘਟ ਹੀ ਮਹਿ ਨਿਰੰਜਨ ਤੇਰਾ, ਤੈਂ ਖੋਜਤ ਉਦਿਆਨਾ। ਬਹੁਤ ਜਨਮ ਭਰਮ ਤੈਂ ਹਾਰਿਓ, ਅਸਤਰ ਮਤ ਨਹੀਂ ਪਾਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਸਾਰੇ ਬੜਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਸੱਜ ਕੇ ਮੇਰੇ ਤੋਂ ਪਹਿਲਾਂ ਗਿਆਨੀ ਜੀ ਤੋਂ ਬੜੇ ਪਿਆਰ ਨਾਲ ਚੱਲ ਰਹੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਕਥਾ ਹੈ, ਸ਼ਰਵਣ ਕਰ ਰਹੇ ਸੀ। ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ। ਕੁਝ ਹੋਰ ਸਮਾਂ ਆਪ ਜੀ ਦੇ ਚਰਨਾਂ ਵਿੱਚ ਬੈਠਣ ਲਈ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ ਹੈ। ਬਾਣੀ ਵਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਬਾਣੀ ਮਹਾਂਪੁਰਖਾਂ ਦੀ ਹੈ। ਨਿਜ ਘਰ ਆਪਣੇ ਆਤਮਾ ਪਦ ਵਿੱਚ ਨਿਵਾਸ ਕਰਾ ਦੇਣ ਵਾਲੀ ਹੈ।
ਸੋ ਸਾਰੀਆਂ ਸੰਗਤਾਂ ਪ੍ਰਬੰਧਕਾਂ ਨੂੰ ਸਹਿਯੋਗ ਦਿੰਦੇ ਹੋਏ ਬੜੇ ਪਿਆਰ ਦੇ ਨਾਲ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਸਮਾਗਮ ਯਾਦ ਵਿੱਚ ਹੈ ਮਨਾਇਆ ਜਾ ਰਿਹਾ ਹੈ। ਵੱਖ-ਵੱਖ ਗੁਰਮੁਖ ਪਿਆਰੇ ਬਾਬਾ ਜੀ ਦੀ ਯਾਦ ਵਿੱਚ ਕਥਾ ਕੀਰਤਨ ਦੁਆਰਾ ਹਾਜ਼ਰੀਆਂ ਭਰ ਰਹੇ ਹਨ। ਕਥੂ ਨੰਗਲ ਜਦੋਂ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਬਟਾਲੇ ਨੂੰ ਜਾਈਏ, ਜੀਟੀ ਰੋਡ ਦੇ ਉੱਪਰ ਹੀ ਨਗਰ ਹੈ ਜਿੱਥੇ ਬਾਬਾ ਜੀ ਦਾ ਅਵਤਰਨ ਹੋਇਆ ਔਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲਾਪ ਦਾ ਸਮਾਂ ਬਣਿਆ ਤੇ ਗੁਰੂ ਮਹਾਰਾਜ ਨੇ ਜਦੋਂ ਉਹ ਮੱਝਾਂ ਗਾਈਆਂ ਚਾਰ ਰਹੇ ਸੀ, ਪਿਛਲੇ ਜਨਮ ਦਾ ਸੰਜੋਗ ਜਾਣ ਕੇ ਬੁਲਾਇਆ ਔਰ ਛੁੱਟੀ ਦੇ ਦਿੱਤੀ। ਭਾਈ ਬਾਲਾ ਸਾਹਿਬ ਜੀ ਨੇ ਪੁੱਛਿਆ ਕਿ ਮਹਾਰਾਜ ਇਸ ਬਾਲਕ ਜੀ ਨੂੰ ਆਪ ਜੀ ਨੇ ਬੁਲਾਇਆ ਸੀ, ਫਿਰ ਭੇਜ ਦਿੱਤਾ। ਕਹਿਣ ਲੱਗੇ ਕੱਲ ਇਹਦੇ ਅੰਦਰ ਗਿਆਨ ਦਾ ਦੀਵਾ ਪ੍ਰਕਾਸ਼ ਹੋ ਜਾਏਗਾ। ਜਦੋਂ ਘਰ ਗਏ, ਮਹਾਰਾਜ ਦੀ ਅੰਮ੍ਰਿਤ ਦ੍ਰਿਸ਼ਟੀ ਨਾਲ ਪਿਛਲੇ ਜਨਮਾਂ ਦੇ ਸੰਸਕਾਰ ਜਿਹੜੇ ਸੀ ਜਾਗ ਪਏ। ਜਿਵੇਂ ਕੋਈ ਬੰਦਾ ਕੰਮ ਕਰਦਾ ਸੌ ਜਾਂਦਾ ਹੈ, ਉੱਠਣ ਤੋਂ ਬਾਅਦ ਫਿਰ ਉਸੇ ਵਿਹਾਰ ਵਿੱਚ ਲੱਗ ਜਾਂਦਾ ਹੈ। ਇਸੇ ਤਰ੍ਹਾਂ ਹੀ ਇਹ ਜਨਮਾਂ ਜਨਮਾਂਤਾਂ ਦੇ ਚੱਕਰ ਆ। ਜਦੋਂ ਮਹਾਂਪੁਰਖਾਂ ਦਾ ਮਿਲਾਪ ਹੁੰਦਾ ਹੈ, ਸੁੱਤੀ ਹੋਈ ਆਤਮਾ ਫੇਰ ਜਾਗ ਪੈਂਦੀ ਹੈ। ਕੋਈ ਜਗਾਉਣੇ ਵਾਲਾ ਮਿਲ ਜਾਏ, ਸਤਿਗੁਰੂ ਜੀ ਮਿਲ ਗਏ, ਘਰੋਂ ਮੱਖਣ ਦਾ ਕੁਝਾ ਲੈ ਕੇ ਆ ਗਏ, ਮਹਾਰਾਜ ਨੂੰ ਛਕਣ ਵਾਸਤੇ ਬੇਨਤੀ ਕੀਤੀ। ਪਾਤਸ਼ਾਹ ਜੀ ਕਹਿਣ ਲੱਗੇ ਮਾਤਾ ਨੂੰ ਪੁੱਛ ਕੇ ਲਿਆਇਆ ਕਿ ਚੋਰੀ? ਕਹਿਣ ਲੱਗੇ ਜੀ ਆਪਣੇ ਆਪ ਹੀ ਲੈ ਆਇਆ ਹਾਂ। ਪੁੱਛਣਾ ਕਿਹਨੂੰ, ਘਰ ਤੇ ਆਪਣਾ ਹੀ ਹੈ। ਮਹਾਰਾਜ ਕਹਿੰਦੇ ਉਹਨਾਂ ਨੂੰ ਪਤਾ ਲੱਗਾ ਤੈਨੂੰ ਮਾਰਨਗੇ, ਇਹਨੂੰ ਲੈ ਜਾ। ਕਹਿਣ ਲੱਗੇ ਉਹ ਤਾਂ ਜਦੋਂ ਮਾਰਨਗੇ ਆਪ ਜੀ ਮੈਨੂੰ ਹੁਣੇ ਹੀ ਮਾਰ ਰਹੇ ਹੋ। ਮਹਾਰਾਜ ਨੇ ਇਹਦੇ ਅੰਦਰਲਾ ਸੱਚਾ ਪਿਆਰ ਦੇਖਿਆ, ਮਿਹਰ ਕਰ ਦਿੱਤੀ, ਗਿਆਨ ਦਾ ਦੀਵਾ ਜਗਾ ਦਿੱਤਾ। ਸਤਿਗੁਰ ਸ਼ਬਦ ਹਜ਼ਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਕਿਰਪਾ ਹੋ ਗਈ, ਬਖਸ਼ਾਂ ਕਰ ਦਿੱਤੀਆਂ। ਭਾਈ ਬਾਲਾ ਜੀ ਨੂੰ ਕਹਿਣ ਲੱਗੇ ਜਿਨ੍ਹਾਂ ਦੇ ਪਿਛਲੇ ਜਨਮ ਦੀ ਕਮਾਈ ਹੈ, ਸਾਡੀ ਗੱਦੀ ਦੇ 6ਵੇਂ ਸਰੂਪ ਤੱਕ ਦਰਸ਼ਨ ਦੀਦਾਰ ਵੀ ਕਰਨਗੇ, ਸੇਵਾ ਵੀ ਨਿਭਾਉਣਗੇ। ਸਤਿਗੁਰਾਂ ਦੇ ਸਾਰੇ ਬਚਨ ਪੂਰੇ ਹੋਏ ਔਰ ਗੁਰੂ ਘਰ ਦਾ ਕੋਈ ਵੀ ਕਾਰਜ ਐਸਾ ਨਹੀਂ ਜੋ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਤੋਂ ਬਿਨਾਂ ਕੀਤਾ ਗਿਆ ਹੋਵੇ, ਬਲਕਿ ਇੱਥੇ ਤੇ ਮਾਣ ਸਨਮਾਨ ਮਿਲਿਆ ਜਦੋਂ ਇੱਕ ਗੁਰੂ ਦੂਸਰੇ ਗੁਰੂ ਸਾਹਿਬਾਂ ਨੂੰ ਪਰਿਕਰਮਾ ਕਰਕੇ 5 ਪੈਨ ਲੈ ਰੱਖ ਕੇ ਨਮਸਕਾਰ ਕਰਦੇ ਸਨ। ਗੁਰਤਾ ਗਦੀ ਆ ਤਿਲਕ ਦੀ ਰਸਮ ਸੀ। ਉਹ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਦਸਤਾਵ ਹਸਤ ਕਮਲਾਂ ਤੋਂ ਹੀ ਹੁੰਦੀ ਰਹੀ ਹੈ ਔਰ 6 ਮਹਿਲਾਂ ਤੱਕ ਦਰਸ਼ਨ ਨਿਹਾਰੀ ਆਪ ਜੀ ਨੇ ਦਰਸ਼ਨ ਕੀਤੇ। 6 ਗੁਰੂ ਸਾਹਿਬਾਂ ਤੋਂ ਮਾਤਾ ਜੀ ਨੂੰ ਪੁੱਤਰ ਦੀ ਲੋੜ ਪਈ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਵਰਦਾਨ ਦੁਆਰਾ 6ਵੇਂ ਪਾਤਸ਼ਾਹ ਜੀ ਦਾ ਅਵਤਰਨ ਹੋਇਆ
ਜਦੋਂ ਗੁਰੂ ਸਾਹਿਬ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤਿਆਰ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਕਰਨਾ ਸੀ, ਇਹ ਸੇਵਾ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਈ। ਭਾਵ ਗੁਰੂ ਘਰ ਦਾ ਕੋਈ ਵੀ ਐਸਾ ਕਾਰਜ ਨਹੀਂ ਜੋ ਬਾਬਾ ਬੁੱਢਾ ਸਾਹਿਬ ਜੀ ਦੀ ਆਗਿਆ ਦੇ ਮੁਤਾਬਕ ਨਾ ਹੋਇਆ ਹੋਵੇ। ਇਤਨਾ ਮਾਣ ਸਨਮਾਨ ਮਿਲਿਆ। ਫਿਰ ਰਵਿਦਾਸ ਨਗਰ ਦੇ ਵਿੱਚ ਆਪ ਜੀ ਆਖਰੀ ਸਮਾਂ ਬਤੀਤ ਕੀਤਾ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜਦੋਂ ਉਹਨਾਂ ਦਾ ਅੰਤ ਸਮਾਂ ਹੋਇਆ, ਬਾਬਾ ਸ਼੍ਰੀ ਚੰਦ ਜੀ ਪੁਰਾਣੇ ਸਾਰੇ ਗੁਰਸਿੱਖਾਂ ਦੇ ਸਮੇਤ ਪਹੁੰਚੇ ਔਰ ਬਾਬਾ ਬੁੱਢਾ ਸਾਹਿਬ ਜੀ ਨੇ ਇਸ਼ਨਾਨ ਪਾਨ ਕਰਕੇ ਸ੍ਰੀ ਜਪਜੀ ਸਾਹਿਬ ਪਾਠ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਆਗਿਆ ਲੈ ਕੇ ਜਿਵੇਂ ਸੱਪ ਕੁੰਜ ਤਿਆਗਦਾ ਸਰੀਰ ਨੂੰ ਤਿਆਗਿਆ। ਤਕਰੀਬਨ ਉਹਨਾਂ ਦੀ ਉਮਰ ਉਸ ਵੇਲੇ 125 ਸਾਲ ਦੇ ਨੇੜੇ ਇਤਿਹਾਸਕਾਰ ਦੱਸਦੇ ਹਨ। ਔਰ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦੀ ਅੰਤਮ ਕਿਰਿਆ ਆਪਣੀ ਦੇਖ ਰੇਖ ਵਿੱਚ ਆਪ ਹੀ ਕਿਰਪਾ ਕਰਕੇ ਕੀਤੀ ਕਰਾਈ। ਅੱਜ ਵੀ ਉਹਨਾਂ ਦਾ ਯਾਦਗਾਰੀ ਸਥਾਨ ਰਵਿਦਾਸ ਵਿਖੇ ਸਵਾਇਮਾਨ ਹੈ। ਇੱਥੇ ਉਹਨਾਂ ਦੀ ਅੰਸ ਬੰਸ ਰਹੀ, ਜਿਨ੍ਹਾਂ ਵਿੱਚ ਭਾਈ ਰਾਮ ਕੰਵਰ ਸਾਹਿਬ ਜੀ ਜਦੋਂ ਦਸਮ ਪਾਤਸ਼ਾਹ ਨੇ ਜੋਤੀ ਜੋਤ ਸਮਾਉਣਾ ਸੀ, ਸਿੰਘਾਂ ਦਾ ਮਨ ਬੜਾ ਅਪਰਾਮ ਹੋਇਆ। ਉਹ ਸਿੰਘ ਭਾਈ ਰਾਮ ਕੰਵਰ ਜੀ ਦੇ ਬਾਬਾ ਗੁਰਬਖਸ਼ ਸਿੰਘ ਜੀ ਦੇ ਕੋਲ ਆਏ, ਬੇਨਤੀ ਕੀਤੀ ਕਿ ਮਹਾਰਾਜ ਦੇ ਵਿਛੋੜੇ 'ਚ ਮਨ ਨਹੀਂ ਲੱਗਦਾ, ਆਪ ਕਿਰਪਾ ਕਰਕੇ ਦਸਾਂ ਗੁਰੂਆਂ ਦਾ ਇਤਿਹਾਸ ਜੋ ਵੰਸ਼ ਪਰੰਪਰਾ ਨਾਲ ਤੁਹਾਡੇ ਸੀਨੇ ਮਹੀਨੇ ਚੱਲਿਆ ਆ ਰਿਹਾ ਹੈ, ਸ਼ਰਵਣ ਕਰਾਓ। ਉਹ ਬਾਬਾ ਰਾਮ ਕੰਵਰ ਸਾਹਿਬ ਜੀ ਨੇ ਸਾਰਾ ਹੀ ਇਤਿਹਾਸ ਵਾਰਤਕ ਰੂਪ ਦੇ ਵਿੱਚ ਸ਼ਰਵਣ ਕਰਵਾਇਆ, ਜਿਹਨੂੰ ਭਾਈ ਸੰਤੋਖ ਸਿੰਘ ਨੇ ਕਾਵਿ ਰਚਨਾ ਦਾ ਰੂਪ ਦਿੱਤਾ ਹੈ। ਕਿਉਂਕਿ ਭਾਈ ਬਾਲੇ ਦੀ ਜਨਮ ਵਿਸਾਖੀ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਦੇ ਹੁਕਮ ਖਡੂਰ ਸਾਹਿਬ ਸਾਰੀ ਸੁਣਾਈ ਸੀ। 9 ਗੁਰੂਆਂ ਦਾ ਇਤਿਹਾਸ ਜਿਹੜਾ ਸੀ ਉਹ ਫਿਰ ਭਾਈ ਰਾਮਪੁਰ ਬਾਬਾ ਗੁਰਬਖਸ਼ ਸਿੰਘ ਬਾਬਾ ਬੁੱਢਾ ਸਾਹਿਬ ਦੀ ਅੰਸ ਬੰਸ ਜੀ ਨੇ ਕਿਰਪਾ ਕੀਤੀ, ਉਹ ਸਾਰਾ ਸ਼ਰਵਣ ਕਰਾਇਆ। ਭਾਈ ਸੰਤੋਖ ਸਿੰਘ ਨੇ ਫਿਰ ਵਿਦਵਾਨ ਜਿਹੜੇ ਲੋਕ ਆ ਕੁਝ ਆਪਣੇ ਤੌਰ 'ਤੇ ਵੀ ਵਿੱਚ ਚੀਜ਼ਾਂ ਮਿਲਾ ਜਾਂਦੇ ਆ, ਪਰ ਜਿਹੜਾ ਉਹਨਾਂ ਨੇ ਸੁਣਾਇਆ ਸਾਖੀਆਂ ਰੂਪ ਵਿੱਚ, ਉਹਦਾ ਉਹਨਾਂ ਨੇ ਕਾਵਿ ਰਚਨਾ ਦੇ ਵਿੱਚ ਸਾਰਾ ਲਿਖਿਆ ਹੈ। ਸੋ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਹੀ ਪ੍ਰਬੰਧਕਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਸਮਾਗਮ ਬੜੀ ਸ਼ਰਧਾ ਭਗਤੀ ਨਾਲ ਕੀਤਾ ਜਾ ਰਿਹਾ ਹੈ, ਜਿਹਦੇ 'ਚ ਗਿਆਨੀ ਸਿੰਘ, ਢਾਡੀ ਸਿੰਘ, ਗ੍ਰੰਥੀ ਸਾਹਿਬਾਨ, ਪ੍ਰਬੰਧਕ, ਸਾਰੀਆਂ ਸੰਗਤਾਂ ਔਰ ਆਗੀ ਸਾਹਿਬਾਨ ਇਸੇ ਸਮਾਗਮ ਵਿੱਚ ਸ਼ਾਮ ਨੂੰ ਸਾਰੇ ਜਥੇ ਰਲ ਕੇ ਬੜੀ ਸ਼ਰਧਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਸਾਹਿਬਾਨ ਸੇਵਾਦਾਰ ਹਨ ਔਰ ਜਿਨ੍ਹਾਂ ਨੂੰ ਗੁਰੂ ਘਰ ਵਿੱਚ ਬੜੀ ਮਹਾਨ ਪਦਵੀ ਮਿਲੀ ਹੈ, ਉਹਨਾਂ ਦੀ ਯਾਦ ਵਿੱਚ ਇਹ ਸਮਾਗਮ ਕੀਤਾ ਜਾ ਰਿਹਾ ਹੈ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਗੁਰਪੁਰਬ ਬਾਰੇ ਵੀ ਗਿਆਨੀ ਜੀ ਨੇ ਆਪ ਜੀ ਨੂੰ ਦੱਸਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਾਲ ਘਾਲੀ ਔਰ ਸਿੱਖਾਂ ਪੁੱਤਰਾਂ ਕੋ ਕੈ ਸਭ ਉਮਤ ਵੇਖੋ ਜੀ ਕਿਉਂ। ਸਿੱਖਾਂ ਦੀ ਵੀ
ਪੁੱਤਰਾਂ ਦੀ ਵੀ ਕੋਖ ਪੜਤਾਲ ਕੀਤੀ, ਪਰ ਕਸਵੱਟੀ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਪਾਸ ਹੋਏ। ਉਹਨਾਂ ਨੂੰ ਗੁਰਤਾ ਗੱਦੀ ਦਾ ਇਹ ਸਾਮਰਾਜ ਮਿਲਿਆ। ਬਾਕੀ ਗੱਦੀਆਂ ਦੁਨੀਆ ਤੇ ਆਉਂਦੀਆਂ ਜਾਂਦੀਆਂ, ਚਲੀਆਂ ਜਾਂਦੀਆਂ। ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਜੋਗੋ ਜੋਗ ਅਟਲ ਹੈ। ਲਹਿਣੇ ਧਰਿਉਣ ਛੱਤ ਸਿਰ, ਇਹ ਗੁਰਿਆਈ ਗੱਦੀ ਦਾ ਛਤਰ ਉਹਨਾਂ ਦੇ ਸੀਸ ਤੇ ਆਇਆ। ਔਰ ਸਭ ਦੀ ਪੜਤਾਲ ਕਰਨ ਤੋਂ ਬਾਅਦ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੀ ਪ੍ਰੀਖਿਆ 'ਚ ਪੂਰੇ ਉਤਰੇ। ਤਖਤ ਦੇ ਉੱਪਰ ਸੋਵੈ ਹੈ ਜੇ ਤਖਤ ਲਾਇਕ ਹੋਈ। ਇਹ ਮਹਾਰਾਜ ਦੀ ਗੱਦੀ ਦਾ ਤਾਜ ਉਹਨਾਂ ਨੂੰ ਬਖਸ਼ਿਸ਼ ਹੋਇਆ। ਉਹਨਾਂ ਦੀ ਯਾਦ ਵਿੱਚ ਵੀ ਮੇਰੇ ਤੋਂ ਪਹਿਲਾਂ ਗਿਆਨੀ ਜੀ ਨੇ ਦਰਸਾਇਆ ਹੈ ਕਿ ਉਹਨਾਂ ਦਾ ਪਹਿਲਾ ਜੀਵਨ ਮੱਤੇ ਦੀ ਸਰਾਂ ਵਿੱਚ ਉਹਨਾਂ ਦਾ ਅਵਤਰਨ ਹੋਇਆ। ਇੱਥੇ ਆਏ, ਭਾਈ ਯੋਧ ਜੀ ਤੋਂ ਬਾਣੀ ਸੁਣ ਕੇ ਮਨ ਪ੍ਰੇਰਿਤ ਹੋਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸੇਵਾ ਕਰਕੇ ਬਖਸ਼ਾਂ ਲਈਆਂ ਔਰ ਖਡੂਰ ਸਾਹਿਬ ਉਜੜੇ ਹੋਏ ਨਗਰ ਨੂੰ ਫੇਰ ਵਸਾਇਆ, ਫੇਰ ਆਣ ਸਤਿਗੁਰ ਖਡੂਰ। ਔਰ ਗੁਰੂ ਨਾਨਕ ਸਾਹਿਬ ਦੇ ਬਰਾਗ ਵਿੱਚ ਕਿਵੇਂ ਅੰਦਰ ਬੈਠੇ ਰਹੇ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਪ੍ਰਗਟ ਕੀਤਾ। ਇਸੇ ਨਗਰ ਭਾਈ ਵਾਲਾ ਸਾਹਿਬ ਜੀ ਤੋਂ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਸਾਰੀ ਕਥਾ ਸੁਣੀ। ਗੁਰਮੁਖੀ ਅੱਖਰਾਂ ਨੂੰ ਵਿਸ਼ੇਸ਼ ਰੂਪ 'ਚ ਪ੍ਰਚਲਿਤ ਕੀਤਾ। ਪੈੜੇ ਮੋਖੇ ਦੁਆਰਾ ਸੁਲਤਾਨਪੁਰ ਦਾ ਜੋ ਸੀ ਗੁਰੂ ਨਾਨਕ ਸਾਹਿਬ ਦੀ ਕਥਾ ਲਿਖਾਉਣਾ ਕੀਤੀ। ਆਪ ਸਰੋਤੇ ਬਣ ਕੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਦੇ ਰਹੇ ਸੰਗਤਾਂ ਸਮੇਤ। ਭਾਈ ਬਾਲਾ ਜੀ ਨੂੰ ਵਚਨ ਕਰਨਾ ਕਿ ਇਹ ਅੰਮ੍ਰਿਤ ਤੁਹਾਡੇ ਵੰਡੇ ਆਇਆ ਹੈ, ਆਪ ਕਿਰਪਾ ਕਰੋ। ਮੁੱਢ ਤੋਂ ਅਖੀਰ ਤੱਕ ਆਪ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵਿਚਰੇ ਹੋ। ਉਹਨਾਂ ਨੇ ਸਾਰੀ ਕਥਾ ਸੁਣਾਈ। ਉਸ ਕਥਾ ਨੂੰ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਪੈੜੇ ਮੋਖੇ ਦੁਆਰਾ ਲਿਖਤ ਰੂਪ ਵਿੱਚ ਲਿਆਂਦਾ, ਜੋ ਭਾਈ ਬਾਲਾ ਜੀ ਦੀ ਜਨਮ ਵਿਸਾਖੀ ਵੱਜਦੀ ਹੈ। ਔਰ ਇਸੇ ਪ੍ਰਕਾਰ ਬੱਚਿਆਂ ਨੂੰ ਕੁਸ਼ਤੀਆਂ ਕਰਾਉਣੀਆਂ। ਔਰ ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲੰਗਰ ਦੀ ਮਹਾਨ ਪ੍ਰਥਾ, ਜਿਹਦੇ ਵਿੱਚ ਇੱਕ ਮਾਤਾ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਨਾਂ ਆਇਆ ਹੈ, ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਹ ਪੁਤਰਾਲੀ, ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਘਿਆਲੀ। ਧੰਨ ਗੁਰੂ ਅੰਗਦ ਸਾਹਿਬ ਜੀ ਦੇ ਘਰੋਂ ਮਾਤਾ ਖੀਵੀ ਜੀ ਆਪ ਲੰਗਰ ਦੀ ਕਿਵੇਂ ਮਹਾਨ ਸੇਵਾ ਕਰਦੇ ਰਹੇ। ਉਹ ਸੇਵਾ ਦੀ ਪ੍ਰਸੰਨਤਾ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਵਿਸ਼ੇਸ਼ ਰੂਪ ਵਿੱਚ ਉਹਨਾਂ ਦਾ ਨਾਂ ਲਿਖਿਆ ਗਿਆ। ਸੇਵਾ ਇਤਨੀ ਵੱਡੀ ਹੈ। ਅੱਜ ਵੀ ਖਡੂਰ ਸਾਹਿਬ ਦਾ ਲੰਗਰ ਮਾਤਾ ਖੀਵੀ ਜੀ ਦੇ ਨਾਂ 'ਤੇ ਉਹ ਲੰਗਰ ਚੱਲਦਾ ਹੈ। ਜਿਵੇਂ ਖੀਰ ਦਾ ਪ੍ਰਸੰਗ ਆਇਆ ਘਿਓ ਵਾਲੀ, ਅੱਜ ਵੀ ਉੱਥੇ ਦੇ ਸੇਵਾਦਾਰ ਵਿਸ਼ੇਸ਼ ਰੂਪ ਵਿੱਚ ਖੀਰ ਜ਼ਰੂਰ ਬਣਾਉਂਦੇ ਹਨ ਜਿੱਥੇ ਹੋਰ ਪਦਾਰਥ ਬਣਦੇ ਹਨ। ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ 'ਚ ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਘਾਲ ਘਾਲੀ ਔਰ ਇਸੇ ਨਗਰ 'ਚ ਬਖਸ਼ਾਂ ਕੀਤੀਆਂ। ਔਰ ਗੁਰੂ ਨਾਨਕ ਸਾਹਿਬ ਦੇ ਪਿਆਰ ਵਿੱਚ ਉਹਨੇ ਬੜੇ ਬਰਾਗਮਈ ਸ਼ਬਦ ਉਚਾਰੇ ਹਨ। ਕਿਸ ਹੀ ਕੋਈ ਕੋਏ ਮੰਝਨ ਮਾਣੀ ਇੱਕ ਤੂੰ, ਕਿਉਂ ਨਾ ਮਰੀਜਾ ਰੋਏ ਜਾਂ ਲਗ ਚਿਤ ਨਾ ਆਵਹੀ। ਸੋ ਇਸ ਵਾਸਤੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਕੈਸਾ ਸੁੰਦਰ ਪਵਿੱਤਰ ਜੀਵਨ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਕਿੰਨੀਆਂ ਬੜੀਆਂ ਬਖਸ਼ਿਸ਼ਾਂ ਕੀਤੀਆਂ ਹਨ। ਸੋ ਅੱਜ ਜੋ ਬਾਬਾ ਬੁੱਢਾ ਸਾਹਿਬ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਯਾਦ ਵਿੱਚ ਸਮਾਗਮ, ਉਹਦੇ ਬਾਰੇ ਵੀ ਸੰਖੇਪ
ਬੇਨਤੀ ਕੀਤੀ ਗਈ ਹੈ। ਆਓ ਹੁਣ ਗਿਆਨੀ ਜੀ ਨੇ ਜੋ ਸ਼੍ਰੀ ਮੁਖਵਾਕ ਆਪ ਜੀ ਨੂੰ ਸ਼ਰਵਣ ਕਰਾਇਆ ਹੈ, ਸੰਖੇਪ ਰੂਪ ਵਿੱਚ ਵਿਆਖਿਆ ਸਰਵਣ ਕਰੀਏ, ਕਿਉਂਕਿ ਸਮੇਂ ਦੇ ਮੁਤਾਬਕ ਚੱਲਣਾ ਪੈਂਦਾ ਹੈ, ਕਿਉਂਕਿ ਇਹਦੀ ਰਾਤ ਸ਼ਿਫਟ ਹੈ ਕਿ ਇਹਦੀ ਦਿਨ ਹੈ। ਸਮੇਂ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੋ ਜਾਂਦਾ ਹੈ। ਇਸ ਕਰਕੇ ਜਿੰਨੀਆਂ ਵੀ ਸੰਗਤਾਂ ਇਹ ਸਮਾਂ ਮਿਲਿਆ, ਇਹਨੂੰ ਹੋਰ ਸਫਲਾ ਸੁਭਾਗਾ ਬਣਾਉਣ ਵਾਸਤੇ ਮਨ ਬਿਰਤੀ ਦੀ ਇਕਾਗਰਤਾ ਔਰ ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਸੋਰਠਾ ਮਹੱਲਾ ਨਾਵਾ। ਸੋਰਠ ਰਾਗ ਦੀ ਬਾਣੀ ਹੈ। ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਰਸਨਾ ਦੇ ਸਦੀਆਂ ਤੋਂ ਪਹਿਲਾਂ ਉਚਾਰੇ ਹੋਏ ਸ਼ਬਦ ਅੱਜ ਵੀ ਉਸੇ ਤਰ੍ਹਾਂ ਨਵੀਨ ਹਨ। ਉਸ ਅੰਮ੍ਰਿਤ ਰੂਪੀ ਬਾਣੀ ਦੀ ਵਿਚਾਰ ਸਰਵਣ ਕਰਨ ਦਾ ਆਪ ਸਾਰੀਆਂ ਸੰਗਤਾਂ ਨੂੰ ਇਹ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਮਨ ਰੇ ਕੌਣ ਕੁਮਤ ਤੈ ਲੀਨੀ। ਇੱਕ ਉੱਤਮ ਭਗਤ ਹੁੰਦੇ ਆ, ਇੱਕ ਮੱਧਮ, ਇੱਕ ਕਨਿਸ਼ਟ ਹੁੰਦੇ ਆ। ਜਿਹੜਾ ਉੱਤਮ ਭਗਤਾ ਉਹ ਆਪਣੇ ਮਨ ਨੂੰ ਸਾਖੀ ਜਾਣ ਕੇ ਫਿਰ ਬਚਨ ਕਰਦਾ ਹੈ। ਧੰਨ ਸਤਿਗੁਰ ਸੱਚੇ ਪਾਤਸ਼ਾਹ ਇਸੇ ਹੀ ਵਿਚਾਰ ਦੇ ਅੰਦਰ ਕਿਰਪਾ ਕਰਦੇ ਹਨ। ਇਹ ਮਨਾ, ਤੂੰ ਇੱਕ ਮਤ ਖੋਟੀ ਮਤ ਕਿਉਂ ਧਾਰਨ ਕਰ ਲਈ ਹੈ। ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਪਰਦਾਰਾ ਪਾਰੇ ਸਰੀਰ ਔਰ ਨਿੰਦਿਆ ਕਰਨੀ, ਇਹਨਾਂ ਕੁਰਾਸਾਂ ਵਿੱਚ ਕਿਉਂ ਰਚਿਆ ਹੋਇਆ। ਆਇਆ ਸੀ ਤੂੰ ਪਰਮੇਸ਼ਰ ਦਾ ਨਾਮ ਜਪਣ ਵਾਸਤੇ, ਪ੍ਰਾਣੀ ਤੂੰ ਆਇਓ ਲਾਹਾ ਲੈਣ। ਲਗਾ ਕਿਤ ਕੋ ਫਕੜੈ ਸਭ ਮੁਕਦੀ ਚੱਲੀ ਰਹਿਣ। ਤੂੰ ਪਰਾਇਆਂ ਸਰੀਰਾਂ ਦੇ ਵਿਕਾਰਾਂ ਵਿੱਚ, ਪਰਾਈ ਨਿੰਦਿਆ ਵਿੱਚ ਲੱਗ ਗਿਆ। ਤੈਨੂੰ ਇਹ ਸਮਾਂ ਮਿਲਿਆ ਸੀ। ਕਬੀਰ ਮਾਨਸ ਜਨਮ ਦਲਾਂ ਬਹਿ ਹੋਤ ਨ ਬਾਰੰਗਵਾਰ। ਜਿਉਂ ਬਨ ਫਲ ਪਾ ਕੇ ਭੋਏ ਗਿਰਿਆ ਬਹੁਰ ਨਾ ਲਾਗੈ ਡਾਰ। ਇਹ ਸਮਾਂ ਭਾਗਾਂ ਨਾ ਮਿਲਿਆ ਸੀ, ਤੂੰ ਇਹਦੀ ਕਦਰ ਨਹੀਂ ਕੀਤੀ। ਲੱਖ 84 ਜੋਨ ਸੁਭਾਈ ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏਂਦਾ। 84 ਲੱਖ ਜੂਨਾਂ ਦਾ ਤੈਨੂੰ ਸਰਦਾਰ ਸ਼੍ਰੋਮਣੀ ਬਣਾਇਆ ਸੀ। 7.5 ਕਰੋੜ ਸਾਲ ਬਾਅਦ ਤੈਨੂੰ ਇਹ ਮਨੁੱਖ ਜਨਮ ਦੀ ਬਾਰੀ ਆਈ ਮਿਲੀ ਸੀ, ਤੂੰ ਕਦਰ ਨਹੀਂ ਕੀਤੀ। ਬਾਲਕਪਨ ਅਗਿਆਨਤਾ ਵਿੱਚ, ਜਵਾਨੀ ਵਿਸ਼ੇ ਵਿਕਾਰਾਂ 'ਚ, ਬੁਢਾਪਾ ਤ੍ਰਿਸ਼ਨਾ ਔਰ ਰੋਗਾਂ ਵਿੱਚ ਤੇਰਾ ਬਤੀਤ ਹੋ ਗਿਆ। ਉਹ ਕਿਹੜਾ ਸਮਾਂ ਸੀ ਜਦੋਂ ਤੈਂ ਬੰਦਗੀ ਭਜਨ ਸਾਸੰਗ ਕਰਨਾ ਸੀ, ਉਹ ਤਾਂ ਅਜਾਈ ਗਵਾ ਲਿਆ। ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਦੀਵਾਨ ਸ਼ਤਾਬ ਬੁਲਾਇਆ। ਕੀ ਖੱਟ ਕੇ ਚੱਲਿਆ, ਆਪਣੀ ਜੀਵਨ ਦੀ ਬਾਜੀ ਹਾਰ ਕੇ ਜਾ ਰਿਹਾ। ਜੇ ਤਾਂ ਬਾਜੀ ਜਿੱਤ ਕੇ ਜਾਂਦਾ ਹੂੰ ਗੁਸਾਈ ਦਾ ਪਹਿਲ ਬਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਫਿਰ ਤਾਂ ਠੀਕ ਸੀ। ਤੂੰ ਤਾਂ ਜੀਵਨ ਦੀ ਬਾਜੀ ਹਾਰ ਗਿਆ। ਜਿਵੇਂ ਜਵਾਰੀਆ ਬਾਜੀ ਹਾਰ ਜਾਂਦਾ, ਚਲਿਓ ਜਵਾਰੀਆ ਦੋਵੇਂ ਹੱਥ ਝਾੜ, ਉਹ ਤੇਰੀ ਕਿਰਿਆ ਬਣ ਗਈ ਹੈ। ਇਸ ਵਾਸਤੇ ਇਹ ਮਨੁੱਖ ਸਮਝਣ ਦੀ ਕੋਸ਼ਿਸ਼ ਕਰ। ਤੂੰ ਨਿੰਦਿਆ ਦੇ ਵਿਕਾਰਾਂ ਦੇ ਰਸਾਂ ਵਿੱਚ ਰਚਿਆ ਰਿਹਾ। ਇਹ ਰਸਨਾ ਤੈਨੂੰ ਨਾਮ ਜਪਣ ਵਾਸਤੇ ਦਿੱਤੀ ਸੀ, ਤੂੰ ਕਦਰ ਨਹੀਂ ਕੀਤੀ। ਇਹ ਰਸਨਾ ਤੂੰ ਰਸਰਾਜ 'ਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਸ ਚਿਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਆ, ਰਸ ਬਹੁ ਨ ਤ੍ਰਿਸ਼ਨਾ ਲਾਗੈ ਆਏ। ਉਹ ਨਾਮ ਰਸ ਤੋਂ ਤਾਂ ਤੂੰ ਵਾਂਝਾ ਹੀ ਰਿਹਾ ਤੇ ਨਿੰਦਿਆ ਆਦਿਕ ਰਸਾਂ ਵਿੱਚ ਹੀ ਲੱਗਾ ਰਿਹਾ। ਰਹਾਉ ਮੁਕਤਾ ਪੰਥ ਜਾਣਿਓ ਤੈ ਨਾਹਨ, ਤਨ ਜੋਰਨ ਕੋ ਧਾਇਆ। ਮੁਕਤੀ ਦਾ ਪੰਥ ਰਸਤਾ ਸੀ ਨਾ, ਉਹ ਤੂੰ ਜਾਣਿਆ ਨਹੀਂ। ਤੇਰੀ ਭੱਜ ਦੌੜ ਜਿਹੜੀ ਸੀ ਮਾਇਆ ਜੋੜਨ ਵਾਸਤੇ, ਧਾਇਆ ਧਾਵਾ ਕਰ ਕਰ ਦੌੜ ਦੌੜ ਕੇ ਫਿਰਦਾ ਰਿਹਾ। ਤੇ ਸਿਮਰਨ ਵੇਲੇ ਤਾਂ ਤੂੰ ਸੁੱਤਾ ਹੀ ਰਿਹਾ। ਬੁਰੇ ਕੰਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਉਤੋਂ ਦਾ ਤੂੰ ਸੁੱਤਾ ਰਿਹਾ, ਉਦੋਂ ਤੇਰੀ ਨੀਂਦ ਨਹੀਂ ਖੁੱਲੀ।
ਮਾਇਆ ਪਦਾਰਥਾਂ ਵਾਸਤੇ ਤੂੰ ਅੱਧੀ ਅੱਧੀ ਰਾਤ ਨੂੰ ਵੀ ਸ਼ਿਫਟਾਂ ਲਾਉਂਦਾ ਰਿਹਾ। ਔਰ ਅਪਮਾਨ ਸਹੀ ਜਿਹੜੇ ਤੇਰੇ ਉੱਤੇ ਕਰਿੰਦੇ ਸੀ ਉਹ ਤੈਨੂੰ ਅਪਮਾਨ ਦੀਆਂ ਗੱਲਾਂ ਕਹਿੰਦੇ ਸੀ। ਮਾਇਆ ਵਾਸਤੇ ਤੂੰ ਆਪਣਾ ਮਾਣ ਗਵਾ ਕੇ ਨਰਾਦਰ ਅਪਮਾਨ ਵੀ ਝੱਲਦਾ ਰਿਹਾ। ਗੁਰੂ ਘਰ ਵਿੱਚ ਤੈਨੂੰ ਸਤਿਕਾਰ ਪਿਆਰ ਮਿਲਦਾ ਸੀ, ਤੂੰ ਉੱਧਰ ਆਇਆ ਨਹੀਂ। ਉੱਥੇ ਆ ਕੇ ਤੂੰ ਕਦਰ ਜਾਣੀ ਨਹੀਂ। ਸੰਗਤਾਂ ਤੇਰੇ ਜੋੜੇ ਝਾੜਦੀਆਂ ਸਨ, ਸੰਗਤਾਂ ਤੈਨੂੰ ਜੀ ਆਇਆਂ ਕਹਿੰਦੀਆਂ ਸੀ, ਸੰਗਤਾਂ ਤੈਨੂੰ ਬੜੇ ਪਿਆਰ ਨਾਲ ਬੁਲਾਉਂਦੀਆਂ ਸੀ। ਸੰਗਤਾਂ ਵਿੱਚ ਤੈਨੂੰ ਹਰ ਜਗ੍ਹਾ ਪੂਰਾ ਸਤਿਕਾਰ ਸਨਮਾਨ ਮਿਲਦਾ ਸੀ। ਉਹ ਬਕਦਰਾ ਹੋ ਕੇ ਕਦਰ ਨਹੀਂ ਕੀਤੀ। ਤੂੰ ਕਲੱਬਾਂ ਪੱਬਾਂ ਥੀਏਟਰਾਂ ਸਿਨੇਮਿਆਂ ਵਿੱਚ ਡਾਂਸ ਘਰਾਂ ਨਾਚ ਘਰਾਂ 'ਚ ਘੁੰਮਦਾ ਰਿਹਾ। ਉੱਥੇ ਪੈਸੇ ਦੇ ਕੇ ਗੰਦ ਆਮਦ ਕੇ ਮੰਦ ਆਮਦ ਇਸ ਪਾਸੇ ਤੁਰਿਆ ਰਿਹਾ। ਗੁਰੂ ਘਰ ਵਿੱਚ ਤੈਨੂੰ ਬਾਣੀ ਦਾ ਪਾਠ ਕੀਰਤਨ ਕਥਾ ਔਰ ਸੰਗਤ ਪੰਗਤ ਵਿੱਚ ਤੇਰਾ ਕਿੰਨਾ ਸਤਿਕਾਰ ਪਿਆਰ ਸੀ। ਤੈਨੂੰ ਲੋਕ ਬੜੇ ਅਦਬ ਨਾਲ ਬੁਲਾਉਂਦੇ ਸੀ, ਤੈਨੂੰ ਬੜਾ ਸਤਿਕਾਰ ਦਿੰਦੇ ਸਨ। ਤੂੰ ਕਦਰ ਨਹੀਂ ਗਿਆਣੀ, ਐਸਾ ਬੇਕਦਰਾ ਬਣਿਆ ਰਿਹਾ। ਔਰ ਭਜਨ ਵੱਲ ਤੇਰੀ ਅੱਖ ਨੀਂਦ ਨਹੀਂ ਖੁੱਲ੍ਹੀ ਤੇ ਬੁਰਿਆਂ ਕੰਮਾਂ ਵਾਸਤੇ ਧਨ ਜੋੜਨ ਕੋ ਧਾਇਆ, ਮਾਇਆ ਜੋੜਨ ਵਾਸਤੇ ਦੌੜ ਦੌੜ ਕੇ ਜਾਂਦਾ ਰਿਹਾ। ਭਰਤਰੀ ਜੀ ਕਹਿੰਦੇ ਜਿਹੜੀ ਤ੍ਰਿਸ਼ਨਾ ਐਸੀ ਭੈੜੀ ਹੈ, ਬੰਦੇ ਨੂੰ ਕਿਵੇਂ ਪਰੇਸ਼ਾਨ ਕਰਦੀ ਹੈ। ਕਹਿੰਦੇ ਕਿ ਉਹ ਜਾ ਰਹੇ ਸੀ, ਕਿਸੇ ਨੇ ਪਾਨ ਚੱਬ ਕੇ ਥੁੱਕਿਆ ਹੋਇਆ ਸੀ। ਉਹ ਲਾਲ ਰੰਗ ਦਾ ਭੂਪੜਾ ਜਿਹਾ ਬਣਿਆ ਹੋਇਆ ਸੀ, ਕਿਉਂਕਿ ਰਾਜਾ ਰਿਹਾ ਸੀ, ਸਮਝਿਆ ਸ਼ਾਇਦ ਲਾਲ ਹੈ। ਉਹਨੇ ਕਿਹਾ ਮੇਰੇ ਤਾਂ ਕੰਮ ਨਹੀਂ, ਚਲੋ ਚੁੱਕ ਕੇ ਗਰੀਬ ਨੂੰ ਦੇ ਦਿਆਂਗੇ। ਚਾਂਦੀ ਚਾਂਦਨੀ ਸੀ, ਜਦੋਂ ਚੁੱਕਿਆ ਤੇ ਹੱਥ ਜਿਹੜੇ ਲਿਬੜ ਗਏ। ਉਸ ਵੇਲੇ ਉਹਨਾਂ ਨੇ ਆਪਣੇ ਗ੍ਰੰਥ ਵਿੱਚ ਲਿਖਿਆ ਹੈ, ਰਤਨ ਜੜਤ ਮੰਦਰ ਤਜੇ ਸਖਿਨ ਕੇ ਸਾਥ, ਇਹ ਮਨ ਅੰਦੇ ਬਾਵਲੇ ਭਰੇ ਤੀਕ ਸੋ ਹਾਥ। ਕਹਿੰਦੇ ਰਤਨਾਂ ਨਾਲ ਜਾੜੇ ਹੋਏ ਮਹਿਲ ਮਨਾਰੇ ਛੱਡ ਦਿੱਤੇ। ਹੇ ਅੰਦੇ ਮਨਾ ਅਗਿਆਨੀਆਂ, ਤੇ ਤੂੰ ਆ ਥੁੱਕ ਦੇ ਨਾਲ ਹੱਥ ਭਰ ਲੈ, ਗੰਦਗੀ ਦੇ ਨਾਲ। ਇਹ ਮਾਇਆ ਦੀ ਇੱਛਾ ਐਸੀ ਹੈ। ਉੱਥੇ ਵੀ ਉਹਨੇ ਐਸਾ ਵੀ ਲਿਖਿਆ ਹੈ, ਅਬ ਤੂੰ ਹਮਕੋ ਤਜ ਤ੍ਰਿਸ਼ਨੇ, ਤੁਮ ਲਵ ਵਿਖੇ ਮਮ ਖੇਦ ਕਨੇ, ਤੁਮ ਕੀਨ ਮੁਝੇ ਮਨ ਬਾਸ ਜਵੇ, ਤਨ ਸੰਕੁਠੀ ਮਨ ਮੋਰ ਤਬੇ। ਇਹ ਤ੍ਰਿਸ਼ਨਾ ਪਾਪਣ, ਹੁਣ ਤਾਂ ਮਨ ਦਾ ਤਿਆਗ ਕਰ। ਤੂੰ ਹਾਲੇ ਵੀ ਤਿਆਗ ਨਹੀਂ ਕਰਦੀ। ਜਿਉਂ-ਜਿਉਂ ਬੁੱਢਾ ਹੁੰਦਾ ਭਟਕਣਾ, ਉਵੇਂ ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਅਬ ਤੂੰ ਹਮਕੋ ਤਜ ਤ੍ਰਿਸ਼ਨੇ, ਇਹ ਤ੍ਰਿਸ਼ਨਾ ਚੰਡਾਲਨੀ, ਹੁਣ ਮੈਨੂੰ ਤਿਆਗ ਦੇਣਾ ਕਰ। ਤੁਮ ਲਾਭ ਵਿਖੇ ਮਮ ਖੇਦ ਕਨੇ, ਤੇਰੇ ਲਾਭ ਵਿੱਚ ਮੈਨੂੰ ਬੜਾ ਦੁੱਖ ਕਸ਼ਟ ਉਠਾਉਣਾ ਪੈਂਦਾ ਹੈ। ਤ੍ਰਿਸ਼ਨਾ ਦਾ ਬੱਧਾ ਹੋਇਆ ਆਦਮੀ ਕਿਹੜੇ ਕਿਹੜੇ ਪਾਪ ਕਰਮ ਨਹੀਂ ਕਰਦਾ ਹੈ। ਤੁਮ ਕੀਨ ਮੁਝੇ ਮਨ ਬਾਸ ਜਵੇ, ਇਹ ਪਾਪਣ ਜਦੋਂ ਤੂੰ ਮਨ ਵਿੱਚ ਨਿਵਾਸ ਕਰਦੀ ਹੈ। ਤਨ ਸੰਕੁਠੀ ਮਨ ਮੋਰ ਤਬੇ, ਫਿਰ ਤਨ ਵਿੱਚ ਸ਼ੰਕਾ ਉੱਠਦੀ ਹੈ, ਫਲਾਣੇ ਥਾਂ ਜਾਈਏ ਫਲਾਣੇ ਥਾਂ ਜਾਈਏ। ਉੱਥੇ ਮਾਇਆ, ਭਾਰਤ ਤੋਂ ਇੰਗਲੈਂਡ ਇਟਲੀ, ਢਿੱਡ ਨਹੀਂ ਭਰਿਆ ਚਲੋ ਕਨੇਡੇ ਨਹੀਂ ਅਮਰੀਕਾ ਨਹੀਂ ਅਲਾਸਕਾ ਆ ਗਿਆ, ਅੱਗੇ ਸਮੁੰਦਰ ਆ, ਉੱਥੇ ਮਾਰੋ ਛਾਲਾਂ ਖਾਓ ਗੋਤੇ। ਫਿਰ ਤਾਂ ਧਰਤੀ ਮੁੱਕ ਗਈ ਨਾ। ਇਹੀ ਕੁਝ ਹੈ। ਇਹ ਤ੍ਰਿਸ਼ਨਾ ਦਾ ਬੱਧਾ ਹੋਇਆ ਇਨਸਾਨ ਭਟਕ ਰਿਹਾ। ਜਿੱਥੇ ਮਰਜੀ ਚਲ ਜਾਓ, ਮਿਲਣਾ ਕਰਮ ਹੈ, ਮੱਥਾ ਨਾਲ ਹੀ ਹੈ, ਮੱਥਾ ਨਾਲ ਹੈ। ਪਰ ਇਨਸਾਨ ਨੂੰ ਯਕੀਨ ਨਹੀਂ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦੀ ਕਿਰਪਾ ਨਾਲ ਮਹਿਲ ਮਨਾਰੇ ਬਣੇ ਆ, ਤੁਸੀਂ ਸੁਰੱਖਿਅਤ ਆ। ਇਹ ਸਾਰੇ ਭਾਰਤ ਖੰਡ ਨੂੰ ਬਚਾਉਣ ਵਾਲਾ 9ਵਾਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। 10ਵੇਂ ਪਾਤਸ਼ਾਹ ਅਸੀਂ ਭੁੱਲ ਗਏ ਹਾਂ। ਫੈਸ਼ਨਾਂ ਦੇ ਮਗਰ ਲੱਗ ਕੇ ਮੂੰਹ ਸਿਰ ਮਨਾ ਕੇ ਸਿੱਖੀ ਤੋਂ ਪਤਤ ਹੋ ਕੇ ਨਸ਼ਿਆਂ ਤੇ ਫੈਸ਼ਨਾਂ ਵਿੱਚ ਗਰਕ ਹੋ ਰਹੇ ਹਾਂ।
ਤੇ ਅਕਿਰਤ ਘਣਤਾ ਦਾ ਦੋਸ਼ ਸਾਡੇ ਮੱਥੇ ਤੇ ਮੜਿਆ ਜਾ ਰਿਹਾ। ਸਮਝਦੇ ਨਹੀਂ ਇਹ ਸਾਰਾ ਪਰਉਪਕਾਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਹੈ। ਉਹ ਆਪ ਕਿਰਪਾ ਕਰਦੇ। ਫੇਰ ਬੋਲੋ ਪਿਛਲੀ ਪੰਕਤੀ। ਅੰਤ ਮੁਕਤਾ ਪੰਥ ਜਾਣਿਓ ਤੈ ਨਾਹਨ। ਇਹ ਜਿਹੜਾ ਮੁਕਤੀ ਦਾ ਪੰਥ ਰਸਤਾ ਸੀ ਨਾ, ਇਹ ਤਾਂ ਤੂੰ ਜਾਣਿਆ ਹੀ ਨਹੀਂ ਹੈ। ਤਾਨਾ ਜੋਰਨ ਕੋ ਧਾਇਆ। ਧਨ ਜੋੜਨ ਵਾਸਤੇ ਤਾਂ ਦੌੜ ਦੌੜ ਭੱਜਾ ਫਿਰਦਾ ਹੈ, ਔਰ ਦਿਨ ਰਾਤ ਦੌੜਾ ਫਿਰਦਾ ਹੈ, ਬੜੀਆਂ ਦੌੜਾਂ ਲਾਉਂਦਾ ਹੈ, ਬੜੀ ਭੱਜ ਨੱਠ ਲੱਗੀ ਹੋਈ ਹੈ। ਅੰਤ ਸੰਗ ਕਾਹੂ ਨਹੀਂ ਦੀਨਾ। ਇਹ ਜਿੰਨੀਆਂ ਚੀਜ਼ਾਂ ਤੂੰ ਕੁਆੜਖਾਨਾ ਇਕੱਠਾ ਕਰੀ ਜਾਣਾ, ਅੰਤ ਵੇਲੇ ਇਹਨਾਂ ਚੀਜ਼ਾਂ ਚੋਂ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ ਹੈ। ਬਿਰਥਾ ਆਪ ਬੰਧਾਇਆ। ਬਿਰਥਾ ਤੂੰ ਆਪਣੇ ਆਪ ਨੂੰ ਬਣਾ ਲਿਆ ਹੈ। ਜਿਸ ਤਰ੍ਹਾਂ ਤੋਤੇ ਨੂੰ ਫੜਦੇ ਆ ਨਾ, ਦੋ ਪੋਲ ਘੱਟ ਦਿੰਦੇ, ਉਹਦੇ ਵਿੱਚ ਫਿਰ ਇੱਕ ਰੱਸੀ ਹੁੰਦੀ, ਵਿੱਚ ਨਲਕੀ ਪਾਈ ਹੁੰਦੀ ਹੈ, ਥੱਲੇ ਇੱਕ ਕੜਾਈਏ ਵਿੱਚ ਪਾਣੀ ਰੱਖ ਦਿੰਦੇ ਆ। ਸ਼ਿਕਾਰੀ ਲੋਕ ਚੋਗ ਖਿਲਾਰ ਦਿੰਦੇ ਆ, ਉਹ ਚੋਗ ਦੇ ਲਾਲਚ ਆਉਂਦਾ ਹੈ। ਜਦੋਂ ਸ਼ਿਕਾਰੀ ਜਾਲ ਨੇੜੇ ਕਰਦਾ, ਚੋਗ ਦਾ ਮੋਹ ਛੱਡਦਾ ਨਹੀਂ, ਲੋਕ ਉੱਡ ਕੇ ਉੱਤੇ ਬਹਿ ਜਾਂਦਾ ਹੈ। ਜਿੱਲੇ ਉਹ ਨੇੜੇ ਹੁੰਦੇ ਆ, ਜਾਲ ਲੈ ਕੇ ਉੱਡਣ ਦੀ ਕੋਸ਼ਿਸ਼ ਕਰਦਾ, ਉਹ ਨਲਕੀ ਘੁੰਮ ਜਾਂਦੀ ਹੈ, ਪੈਰਾਂ ਦਾ ਜ਼ੋਰ ਨਹੀਂ ਨਾ ਪੈਂਦਾ, ਤੇ ਥੱਲੇ ਜਿਹੜਾ ਕੜਾਈ ਆ ਉਹਦੇ ਵੱਲ ਮੂੰਹ ਲੁੱਟਕ ਜਾਂਦਾ। ਉਹਨੂੰ ਇਉਂ ਲੱਗਦਾ ਥੱਲੇ ਜਿਵੇਂ ਸਮੁੰਦਰ ਆ। ਫਿਰ ਡਰ ਜਾਂਦਾ ਹੈ। ਫਿਰ ਤੋਤੇ ਨੂੰ ਫੜ ਕੇ ਪਿੰਜਰੇ 'ਚ ਪਾ ਲੈਂਦੇ ਹਨ। ਫਿਰ ਕਹਿੰਦੇ ਕਹੋ ਗੰਗਾ ਰਾਮ ਰਾਮ ਰਾਮ, ਕਹੋ ਮਿੱਠੂ ਰਾਮ ਰਾਮ। ਆਪਣੇ ਆਪ ਚੋਗਾ ਚੋਗਣੇ ਲਾਲਚ ਵਿੱਚ ਫਸਾ ਲਿਆ ਨਾ। ਇਸ ਤਰ੍ਹਾਂ ਜਿਵੇਂ ਮੱਕੜੀ ਆਪਣੇ ਮੂੰਹ 'ਚੋਂ ਜਾਲਾ ਕੱਢ ਕੇ ਆਪਣੀ ਮੌਤ ਦਾ ਸਮਾਨ ਤਿਆਰ ਕਰਨ ਲਈ ਜਾਲੇ 'ਚ ਫਸ ਕੇ ਮਰ ਜਾਂਦੀ ਹੈ। ਰੇਸ਼ਮ ਦੇ ਕੀੜੇ ਦੀ ਵੀ ਇਹ ਹਾਲਤ ਹੈ। ਇਸ ਤਰ੍ਹਾਂ ਇਨਸਾਨ ਜਿੰਨਾ ਇਹ ਤਾਣਾ ਬਾਣਾ ਬੁਣ ਰਿਹਾ, ਇਹ ਆਪਣੀ ਮੌਤ ਦਾ ਸਮਾਨ ਆਪ ਇਕੱਠਾ ਕਰ ਰਿਹਾ। ਆਪਣੇ ਆਪ ਨੂੰ ਵਿਅਰਥੀ ਬਣਾ ਕੇ ਬਹਿ ਜਾਂਦਾ। ਤੇ ਜਿਹੜਾ ਛੁੱਟਣ ਦਾ ਭਾਵ ਸੀ ਉਹ ਨਹੀਂ, ਜਿਨ੍ਹਾਂ ਦੁਆਰਾ ਛੁਟਕਾਰਾ ਹੋਣਾ ਸੀ ਉਹਦਾ ਵੱਲੋਂ ਮੋਢਾ ਫੇਰ ਕੇ ਫਿਰਦਾ, ਔਰ ਟੇਢੀ ਪਾਗ ਟੇਢੇ ਚੱਲੇ ਲਾਗੇ ਬੀੜੇ ਖਾਣ। ਟੇਢੀ ਜੇ ਪੰਗ ਬੰਨ੍ਹ ਕੇ ਰਾਂਝਾ ਬਣਿਆ ਫਿਰਦਾ ਹੈ, ਔਰ ਬੀੜੇ ਚੱਬਦੇ ਨੇ। ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਇੱਕ ਦਿਨ ਚੇਤਿਓ ਜਮ ਪਕੜ ਚਲਾਈਆਂ। ਇਹ ਹਾਲਤ ਇਹਨਾਂ ਲੋਕਾਂ ਦੀ ਬਣ ਜਾਂਦੀ ਹੈ। ਪਾਤਸ਼ਾਹ ਕਹਿੰਦੇ ਮੁਕਤੀ ਦਾ ਪੰਥ ਰਸਤਾ ਤੂੰ ਜਾਣਿਆ ਨਹੀਂ, ਔਰ ਧਨ ਜੋਰਨ ਕੋ ਧਾਇਆ। ਉਧਰ ਦੌੜਾ ਰਿਹਾ, ਬਿਰਥਾ ਬੰਧਾਇਆ। ਉਹ ਤੋਤੇ ਵਾਂਗ ਬਿਰਥਾ ਆਪਣੇ ਨੂੰ ਬਣਾ ਲਿਆ, ਇਹ ਜਾਲ ਵਿੱਚ ਫਸਾ ਲਿਆ ਹੈ। ਨਾ ਹਰ ਭਜਿਓ ਨਾ ਗੌਰ ਜਨ ਸੇਵਿਓ। ਨਾ ਤਾਂ ਹਰੀ ਦਾ ਭਜਨ ਕੀਤਾ, ਨਾ ਗੁਰੂ ਜਨ ਜਿਹੜੇ ਮਹਾਤਮਾ ਜਨ ਸੀ ਉਹਨਾਂ ਦੀ ਸੇਵਾ ਕੀਤੀ। ਕਥਾ ਕੀਰਤਨ ਜਿੱਥੇ ਹੁੰਦਾ ਸੀ, ਹਾਂਜੀ, ਜੇਕਰ ਕਥਾ ਹੋ ਹਰ ਸੰਤਨ ਨਿਮਖ ਨਾ ਕੀਨੋ ਮੈਂ ਫੇਰਾ। ਜਿੱਥੇ ਸੰਤ ਲੋਕਾਂ ਮਹਾਂਪੁਰਖਾਂ ਦੀ ਕਥਾ ਚੱਲਦੀ ਸੀ, ਉੱਥੇ ਦਾ ਨਿਮਖ ਮਾਤਰ ਵੀ ਫੇਰਾ ਨਹੀਂ ਪਾਇਆ। ਤੇ ਜਿੱਧਰ ਚੋਰਾਂ ਠੱਗੀਆਂ ਜਵਾਰ ਪੁਣਾ ਬਦਫੈਲੀਆਂ ਸੀਆਂ, ਉੱਧਰ ਭੱਜ ਭੱਜ ਕੇ ਦੌੜ ਦੌੜ ਕੇ ਜਾਂਦਾ ਰਿਹਾ। ਇਸ ਵਾਸਤੇ ਐਸੀ ਦੀ ਦਸ਼ਾ ਬਣੀ ਹੋਈ ਹੈ। ਨਾ ਉਪਜਿਓ ਕੁਛ ਗਿਆਨਾ। ਜੇਕਰ ਸੰਤਾਂ ਮਹਾਂਪੁਰਸ਼ਾਂ ਵਿਦਵਾਨਾਂ ਦੀ ਸੰਗਤ ਕਰਦਾ, ਫੇਰ ਤਾਂ ਇਹਨੂੰ ਧਰਮ ਦੇ ਮਾਰਗ ਦਾ ਕੋਈ ਗਿਆਨ ਸੋਝੀ ਪ੍ਰਾਪਤ ਹੋ ਜਾਂਦੀ। ਤੇ ਫਿਰਦਾ ਤਾਂ ਪੁੱਠੇ ਪਾਸੇ ਹੀ ਰਿਹਾ, ਤੇ ਗਿਆਨ ਕਿੱਥੋਂ ਮਿਲਣਾ ਸੀ ਅਗਿਆਨੀਆਂ ਦੀ ਸੰਗਤ ਕਰਕੇ। ਇਸ ਕਰਕੇ ਮਨ ਦੇ ਵਿੱਚ ਕੁਝ ਵੀ ਮੁਕਤੀ ਪ੍ਰਾਪਤ ਕਰਨ ਵਾਲਾ, ਸੰਸਾਰ ਦੇ ਬੰਧਨਾਂ ਤੋਂ ਨਿਕਲਣ ਵਾਲਾ ਜਿਹੜਾ ਗਿਆਨ ਸੀ, ਉਹ ਇਸ ਭੈੜੇ ਨੇ ਪ੍ਰਾਪਤ ਨਹੀਂ ਕੀਤਾ ਹੈ। ਘਟ ਹੀ ਮਹਿ ਨਿਰੰਜਨ ਤੇਰਾ। ਉਹ ਜਿਹੜਾ ਨਿਰੰਜਨ ਨਿਰੰਜਨ ਮਾਇਆ ਰੂਪੀ ਅੰਜਨ ਕਾਲਖ ਤੋਂ ਰਹਿ ਸ਼ੁੱਧ ਸਰੂਪ ਪਰਮੇਸ਼ਰ ਉਹ ਤੇਰੇ ਹਿਰਦੇ ਵਿੱਚ ਸੀ। ਤੈਂ ਖੋਜਤ ਉਦਿਆਨਾ। ਉਹਨਾਂ ਨੂੰ ਜੰਗਲਾਂ ਵਿੱਚ ਪਹਾੜਾਂ ਵਿੱਚ ਭੱਜਦਾ ਰਿਹਾ ਫਰੀਦਾ। ਜੰਗਲ ਜੰਗਲ ਕਿਆ ਪਵੈ ਬਣ ਕੰਡਾ ਮੋੜੈ। ਬਸੀ ਰੱਬ ਹਿਆਲੀ ਹੈ ਜੰਗਲ, ਕਿਆ ਢੂੰਡੈ ਜੰਗਲਾਂ 'ਚ ਕੀ। ਉੱਥੋਂ ਤੈਨੂੰ ਕੀ ਮਿਲਣਾ ਸੀ, ਉੱਥੋਂ ਕੁਝ ਵੀ ਪ੍ਰਾਪਤ ਨਾ ਕਰ ਸਕਿਆ। ਬਹੁਤ ਜਨਮ ਭਰਮ ਤੈ ਹਾਰਿਓ। ਬਹੁਤ ਜਨਮ ਭਰਮਦਿਆਂ ਘੁੰਮਦਿਆਂ ਘੁਮਾਉਂਦਿਆਂ ਹਾਲੇ ਥੱਕਿਆ ਨਹੀਂ,
ਹਾਰਿਆ ਨਹੀਂ, ਹਾਲੇ ਵੀ ਉਸੇ ਭਟਕਣਾ ਵਿੱਚ ਪਿਆ ਹੋਇਆ। ਉਹ ਬਜ਼ੁਰਗ ਹੋ ਗਿਆ ਸੀ। ਉਹ ਮੁੰਡੇ ਰੋਜ਼ ਕੁੱਟਦੇ ਸੀ ਕਿ ਤੂੰ ਬਾਪੂ ਮਰਦਾ ਨਹੀਂ, ਤੇਰੇ ਨਾਲ ਦਾ ਤਾਂ ਬੁੜਾ ਰਿਹਾ ਕੋਈ ਨਹੀਂ। ਪਰ ਉਹ ਮੋਹ ਜਾਲ ਜਿਹੜਾ ਛੱਡਣ ਨੂੰ ਚਿੱਤ ਨਹੀਂ ਕਰਦਾ। ਉਹ ਸੰਤ ਆਏ ਭਿਖਿਆ ਨੂੰ, ਕਹਿੰਦੇ ਬਾਪੂ ਕਿਉਂ ਰੋ ਰਿਹਾ? ਕਹਿੰਦੇ ਕੀ ਕਰੀਏ ਜੀ, ਇਹਨਾਂ ਨੂੰ ਜਨਮ ਦਿੱਤਾ, ਅਸੀਂ ਪਾਲਿਆ ਪਲੋਸਿਆ, ਪੜ੍ਹਾਇਆ ਲਿਖਾਇਆ, ਕਾਰੋਬਾਰਾਂ ਸੈੱਟ ਕੀਤਾ, ਹੁਣ ਸਤਿਕਾਰ ਨਹੀਂ ਕਰਦੇ, ਕੁੱਟਦੇ ਮਾਰਦੇ, ਕੁੱਟ ਕੇ ਬਾਹਰ ਕੱਢਿਆ ਹੈ। ਸੰਤ ਕਹਿਣ ਲੱਗੇ ਚੱਲ ਫਿਰ ਸਾਡੇ ਨਾਲ ਚਲਿਆ ਚੱਲ, ਅਸੀਂ ਬਜ਼ੁਰਗ ਜਾਣ ਕੇ ਤੇਰੀ ਸੇਵਾ ਕਰਾਂਗੇ। ਕਹਿੰਦੇ ਸੰਤ ਜੀ ਤੂੰ ਤਾਂ ਘਰੋਂ ਨਿਕਲਿਆ, ਮੈਨੂੰ ਵੀ ਕੱਢੀ ਜਾਣਾ। ਕਹਿੰਦੇ ਨਾਇਕ ਨਾ ਕੁੱਟਦੇ ਆ। ਕਹਿੰਦੇ ਉਹ ਜਾਣੇ ਫਿਰ ਵੀ ਆਪਣੇ ਹੀ ਹਨ। ਗੱਜ ਕੇ ਬੋਲੋ ਸਤਨਾਮ। ਉਹ ਕਹਿੰਦੇ ਵਿਖਾਈ ਚੱਲ ਛਿੱਤਰ ਆਪਣਿਆਂ ਦੇ। ਇਹ ਹਾਲਤ ਇਹਦੀ ਬਣੀ ਹੋਈ ਹੈ। ਹਾਲੇ ਵੀ ਸਾਧ ਸੰਗਤ ਜੀ ਇਹ ਇੱਛਾ ਨਹੀਂ ਹੁੰਦੀ ਕਿ ਭਜਨ ਬਾਣੀ ਕਰਕੇ ਅਗਾਹ ਸਵਾਰ ਲਈਏ। ਐਸੀ ਇਸ ਮਨੁੱਖ ਦੀ ਹਾਲਤ ਬਣੀ ਹੋਈ ਹੈ। ਆਸਤਰ ਮਤ ਨਹੀਂ ਪਾਈ। ਆਸਤਰ ਜਿਹੜੀ ਟਿਕਾ ਵਾਲੀ ਬੁੱਧੀ ਤਾਂ ਪਾਈ ਨਹੀਂ। ਹੁਣ ਬੁਢਾਪਾ ਆਇਆ ਸੀ, ਜੇ ਤਾਂ ਬਾਲਕਪਨ ਸਾਂਭਿਆ ਹੁੰਦਾ, ਜਵਾਨੀ ਸਾਂਭੀ ਹੁੰਦੀ, ਭਜਨ ਬਾਣੀ ਕਰਕੇ ਆਤਮਾ ਗਿਆਨ ਹੁੰਦਾ, ਫਿਰ ਤਾਂ ਆਸਤਰ ਟਿਕਾ ਵਾਲੀ ਬੁੱਧੀ ਪਾ ਲੈਂਦਾ। ਸਾਰੀ ਉਮਰ ਤਾਂ ਪਾਪੜ ਬੇਲਦਾ ਰਿਹਾ, ਅਤੇ ਹੁਣ ਟਿਕਾ ਵਾਲੀ ਬੁੱਧ ਕਿੱਥੇ ਹੋਣੀ ਹੈ? ਹੁਣ ਬਸ ਪਰੇਸ਼ਾਨੀ ਦੇ ਵਿੱਚ ਇਹਦੀ ਹਾਲਤ ਜਿਹੜੀ ਉਹ ਬੀਤ ਜਾਂਦੀ ਹੈ। ਜਿਵੇਂ ਉਹ ਬੁੜਾ ਹੁੰਦਾ ਸੀ, ਉਹ ਅਪ ਟੂ ਡੇਟ ਨੋ ਆ ਗਈ, ਮੰਜਾ ਬਾਹਰ ਰੱਖ ਦਿੱਤਾ, ਬੋਰੇ ਆ ਗਿਆ ਸਿਆਲ, ਕਹਿੰਦੇ ਕੋਈ ਰਜਾਈ ਤਲਾਈ, ਅਤੇ ਉਹ ਮੁੰਡਾ ਲੱਗ ਗਿਆ ਘਰ ਵਾਲੀ ਦੇ ਮਗਰ। ਮੋਡਰੇਟ ਸੀਗੇ ਅਤੇ ਸਾਹ ਪੋਤਾ ਸੀ। ਉਹ ਕਹਿੰਦੇ ਆਪਣੇ ਪਾਪੇ ਜਾਂ ਮਾਤਾ ਨੂੰ ਕਹਿ ਕੇ ਮੈਨੂੰ ਰਜਾਈ ਦਿਓ, ਠੰਡ ਆ। ਉਹ ਕਹਿੰਦੇ ਇਹਨੂੰ ਘੜੀ ਘੜੀ ਦਾ ਕੰਗਾਰ ਆਉਂਦਾ, ਨਾਸਾਂ 'ਚੋਂ ਸੀਂਡ ਆਉਂਦਾ, ਐਵੇਂ ਲਪੇਟਣਾ ਹੀ ਆ, ਕਿਹੜਾ ਰੋਜ਼ ਧੋਂਦਾ ਰਹੂਗਾ। ਅਤੇ ਇਸ ਵਾਸਤੇ ਕੋਈ ਇਹਦੀ ਸਾਰ ਨਾ ਲਵੇ। ਅਖੀਰ ਜਿਹੜੇ ਜ਼ਿਆਦਾ ਉਹ ਪੋਤੇ ਨੇ ਕਿਹਾ, ਅਤੇ ਉਹ ਕਹਿਣ ਲੱਗਾ ਉਹਦਾ ਪਿਓ, ਕਹਿੰਦੇ ਉਹ ਜਿਹੜਾ ਗਾਂ 'ਤੇ ਝੁੱਲ ਦੇਈਦਾ ਨਾ, ਅਮੀਰਾਂ ਦੇ ਚੰਗੇ ਹੁੰਦੇ, ਭੂਰਿਆਂ ਭਾਰਿਆਂ ਦੇ, ਉਹ ਦਿਆ। ਉਹ ਪੋਤਾ ਬੜਾ ਸੂਝਵਾਨ ਨਿਕਲਿਆ। ਉਹ ਕਹਿਣ ਲੱਗਾ ਪਾਪਾ ਜੀ ਅੱਧਾ ਪਾੜ ਦਿਓ, ਉਹ ਮੈਂ ਬਾਬੇ ਨੂੰ ਦੇਉਣਾ। ਉਹ ਬਾਬਾ ਕਹਿੰਦਾ ਤੂੰ ਤਾਂ ਪੇ ਨਾਲ ਵੀ ਅੱਗੇ ਨਿਕਲਿਆ, ਉਹ ਤਾਂ ਪੂਰਾ ਦਿੰਦਾ, ਤੂੰ ਅੱਧਾ ਪੜਾਈ ਜਾਂਦਾ। ਕਹਿੰਦੇ ਬਾਬਾ ਜੀ ਤੁਸੀਂ ਥੋੜ੍ਹਾ ਜਿਹਾ ਖਾਮੋਸ਼ ਰਹੋ, ਗੁਪਤ ਰਹੋ, ਮੈਨੂੰ ਗੱਲ ਕਰ ਲੈਂਦੇ ਆਪਣੇ ਪੇ ਨਾਲ। ਉਹ ਕਹਿੰਦੇ ਅੱਧਾ ਕਿਉਂ ਪਾੜਦਾ ਹੈ? ਉਹ ਕਹਿੰਦੇ ਹੁਣ ਤੇਰਾ ਪੇ ਬੁੱਢਾ ਹੋ ਗਿਆ, ਝੁੱਲ ਤਾਂ ਗਾਂ ਦਾ ਇੱਕੋ ਹੀ ਹੈ, ਅੱਧਾ ਹੁਣ ਮੈਂ ਬਾਬੇ ਨੂੰ ਦੇ ਦੇਣਾ, ਜਿਹੜੇ ਤੂੰ ਬੁੱਢਾ ਹੋਇਆ ਫੇਰ ਮੈਂ ਕਿਹੜਾ ਦਊਂਗਾ, ਤੇਰੇ ਲਈ ਅੱਧਾ ਰੱਖ ਲੈਂਦੇ। ਜਿਹੜੇ ਇਹ ਗੱਲ ਕਹੀ ਪੋਤੇ ਨੇ, ਤੇ ਕੰਨਾਂ ਦੀ ਮੈਲ ਨਿਕਲ ਗਈ, ਮਿੱਟੀ ਖਿਸਕੀ ਪੈਰਾਂ ਤੋਂ। ਕਹਿੰਦੇ ਓਏ ਪਿਓ ਨੇ ਤੈਨੂੰ ਜਨਮ ਦਿੱਤਾ, ਪਾਲਿਆ ਪਲੋਸਿਆ, ਪੜਾਇਆ ਲਿਖਾਇਆ, ਸੈੱਟ ਕੀਤਾ, ਵਿਆਹ ਸ਼ਾਦੀ ਕੀਤੀ, ਹੁਣ ਤੂੰ ਆਪਣੇ ਪੇ ਦੀ ਇਹ ਨਰਾਦਰੀ ਕਰਦਾ। ਉਹ ਜਿਹੜਾ ਪੋਤਾ ਸੀ ਹੁਣ ਫਿਰ ਸਾਧ ਸੰਗਤ ਜਲਿਆ ਗੱਲ ਕੀਤੀ ਨਾ, ਫਿਰ ਪੇ ਨੇ ਮਾਫੀ ਮੰਗੀ ਆਪਣੇ ਪਿਓ ਤੋਂ, ਅਤੇ ਸਿੱਧੇ ਰਸਤੇ ਪੋਤੇ ਨੇ ਤੋਰ ਦਿੱਤਾ। ਇਸ ਤਰ੍ਹਾਂ ਅੱਜ ਹਾਲਤ ਇਹ ਘਰ ਘਰ ਬਣੀ ਹੋਈ ਹੈ। ਜਿਹੜੇ ਬੁੱਢੇ ਹੋ ਜਾਂਦੇ ਆ ਫਿਰ ਜਾ ਕੇ ਹਸਪਤਾਲਾਂ 'ਚ ਸੁੱਟੇ ਹੁੰਦੇ ਆ, ਕਿਹੜਾ ਇਹਨਾਂ ਨੂੰ ਸਮਝਦਾ ਫਿਰੇ। ਇਸ ਤਰ੍ਹਾਂ ਦੀ ਹਾਲਤ ਹੈ। ਪਰ ਬਿਰਲੇ ਪਰਿਵਾਰ ਹੈ ਜਿੱਥੇ ਕੋਈ ਮਾਤਾ ਪਿਤਾ ਦਾ, ਬਜ਼ੁਰਗਾਂ ਦਾ, ਦੂਜੇ ਤੀਜੇ ਦਾ ਕੋਈ ਸਤਿਕਾਰ ਪਿਆਰ ਵਾਲੀ ਭਾਵਨਾ। ਨਹੀਂ ਤਾਂ ਉਹ ਜਿਹੜੀਆਂ ਪਰੰਪਰਾ ਸਾਰੀਆਂ ਉਹ ਖੰਭ ਲਾ ਕੇ ਸੇਵਾ ਵਾਲੀਆਂ, ਸਿਮਰਨ ਵਾਲੀਆਂ, ਸਤਸੰਗ ਵਾਲੀਆਂ, ਸਤਿਕਾਰ ਵਾਲੀਆਂ, ਪਿਆਰ ਵਾਲੀਆਂ ਉੱਡ ਗਈਆਂ ਹਨ। ਪਰ ਕਥਾ ਵਾਰਤਾ ਸੁਣ ਕੇ ਸਿੱਖਿਆ ਲਓ, ਕੱਲ੍ਹ ਨੂੰ ਬੁਢਾਪਾ ਸਾਡੇ 'ਤੇ ਵੀ ਆਉਣਾ ਹੈ। ਇਹ ਦਿਨ ਸਾਡੇ 'ਤੇ ਵੀ ਆਉਣੇ ਆ। ਜੇ ਆਪਾਂ ਦੂਏ ਦਾ ਸਤਿਕਾਰ ਕਰਾਂਗੇ, ਖੂਹ ਦੀ ਆਵਾਜ਼ ਹੈ, ਜਾ ਕੇ ਆਓ ਮਹਾਂਪੁਰਖੋ, ਆਵਾਜ਼ ਆਏਗੀ ਆਓ ਮਹਾਂਪੁਰਖੋ। ਜੇ ਜਾ ਕੇ ਆ ਵੀ ਲੁਚਿਆ ਤਾਂ ਆਵਾਜ਼ ਲੌਟ ਕੇ ਆਏਗੀ। ਸਾਡੇ ਸੰਤ ਹੋਏ ਆ ਜਿਨੇ ਖਾਲਸਾ ਰਾਜ ਵਾਸਤੇ ਔਰ 1850 ਵਿੱਚ ਜਲਾਵਤਨ ਸਿੰਘਾਪੁਰ ਕੀਤੇ ਗਏ, ਔਰ ਇਸ ਖਾਲਸੇ ਰਾਜ ਵਾਸਤੇ 5 ਜੁਲਾਈ 1856 ਨੂੰ ਸਿੰਘਾਪੁਰ ਦੀਆਂ ਕਾਲ ਕੋਠੜੀਆਂ 'ਚ ਆਪਣੇ ਚਰਨ ਸੇਵਕ ਬਾਬਾ ਖੜਕ ਸਿੰਘ ਨਰੰਗਾਬਾਦ ਵਾਲਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਅੱਜ ਵੀ ਉੱਥਾਂ ਉਹਨਾਂ ਦੀ ਯਾਦ 'ਚ ਗੁਰਦੁਆਰਾ ਬਣਿਆ। ਸੰਗਤਾਂ ਦੀਆਂ ਭਾਵਨਾ ਪੂਰੀਆਂ ਹੁੰਦੀਆਂ। ਉਹ ਜਦੋਂ ਬਾਬਾ ਵੀਰ ਸਿੰਘ ਜੀ ਮਹਾਰਾਜ ਦੇ ਲੰਗਰ 'ਚ ਲੰਗਰ ਵਰਤਾਉਂਦੇ ਸੀ, ਸੰਗਤ ਦਾ ਬੜਾ ਸਤਿਕਾਰ ਪਿਆਰ ਕਰਦੇ ਸੀ। ਹਰੇਕ ਨੂੰ ਆਓ ਮਹਾਰਾਜ, ਆਓ ਮਹਾਰਾਜ, ਆਓ ਮਹਾਰਾਜ। ਉਹਨਾਂ ਦਾ ਪਹਿਲਾ ਨਾਂ ਨਿਹਾਲ ਸਿੰਘ ਸੀ।
ਸੇਵਾ ਬਹੁਤ ਕਰਦੇ ਸੀ। ਬਾਬਾ ਵੀਰ ਸਿੰਘ ਕਹਿੰਦੇ ਤਾਂ ਸਾਡਾ ਟਹਿਲ ਸਿੰਘ ਆ। ਫਿਰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਭਗਵਾਨ ਸਿੰਘ ਰੱਖਿਆ। ਫਿਰ ਜਦੋਂ ਸੰਗਤ ਦਾ ਮਹਾਂਪੁਰਖਾਂ ਦਾ ਸਤਿਕਾਰ ਕਰਦੇ ਸੀ, ਕਹਿੰਦੇ ਹੁਣ ਆਪੇ ਇਹ ਮਹਾਰਾਜ ਬਣ ਗਿਆ ਹੈ। ਕਹਿੰਦੇ ਮਹਾਰਾਜ ਦੇ ਨਾਲ ਸਿੰਘ ਹੋਣਾ ਜ਼ਰੂਰੀ ਹੈ। ਕੱਲਾ ਮਹਾਰਾਜ ਬਣ ਕੇ ਸਿੰਘਾਂ ਵਾਲੀ ਭਬਕ ਨਾ ਛੱਡ ਬੈਠੇ, ਮੱਥੇ ਟਿਕਾਉਣ ਜੋਗਾ ਨਾ ਰਹਿ ਜਾਏ। ਉਸ ਨੇ ਇਹੋ ਜਿਹੀ ਭਬਕ ਮਾਰੀ, ਜਿਹੜੇ ਅੰਗਰੇਜ਼ ਰਾਜ ਵਿੱਚ ਸੂਰਜ ਨਹੀਂ ਸੀ ਛਿਪਦਾ, ਉਸ ਸੰਤ ਤੋਂ ਤਰਾ ਕਰਦੇ ਸੀ। ਅੱਜ ਕਹਿੰਦੇ ਸੰਤਾਂ ਨੇ ਕੀਤਾ ਕੀ ਹੈ? ਬਾਬਾ ਵੀਰ ਸਿੰਘ ਖਾਲਸਾ ਰਾਜ ਵਾਸਤੇ 13,000 ਸਿਪਾਹੀਆਂ ਮੁੱਠਿਆਂ ਵਾਲੇ ਤੋਪਾਂ ਦੇ ਗੋਲਿਆਂ ਨਾਲ ਉਡਾਇਆ ਗਿਆ ਡੇਰਾ। ਬਾਬਾ ਮਹਾਰਾਜ ਸਿੰਘ ਨੇ ਸਿੰਗਾਪੁਰ ਦੀਆਂ ਕਾਲ ਕੋਠੜੀਆਂ ਵਿੱਚ 5 ਜੁਲਾਈ 1856 ਨੂੰ ਸ਼ਹੀਦੀ ਪ੍ਰਾਪਤ ਕੀਤੀ। ਬਾਬਾ ਖੁਦਾ ਸਿੰਘ 5 ਸਾਲ ਲਾਹੌਰ ਵਿੱਚ ਨਜ਼ਰਬੰਦ ਰਹੇ, ਬਾਹਰ ਨਹੀਂ ਸੀ ਜਾ ਸਕਦੇ। ਔਰ ਨਰੰਗਾਬਾਦ ਦਾ ਜਿਹੜਾ ਡੇਰਾ ਸੀ, ਮੱਝਾਂ ਗਾਈਆਂ ਭਾਂਡਿਆਂ ਤੱਕ ਸਾਰਾ ਅੰਗਰੇਜ਼ਾਂ ਨੇ ਲਿਲਾਮ ਕਰਾਇਆ। ਕਿਤੇ ਇਤਿਹਾਸ ਪੜ੍ਹੋ ਫਿਰ ਪਤਾ ਲੱਗੇ ਕਿ ਸਾਧੂਆਂ ਦੀ ਕੁਰਬਾਨੀ ਕਿਆ ਹੈ। ਛੋਟੀ ਜ਼ਬਾਨਾਂ ਵੱਡਿਆਂ ਦੀ ਨਿੰਦਿਆ ਕਰਨੀ ਬੜੀ ਸੌਖੀ ਹੈ, ਪਰ ਜਿੱਥੇ ਉਹ ਤੁਰੇ ਹੈ ਉੱਥੇ ਇੱਕ ਕਦਮ ਵੀ ਰੱਖਣਾ ਬੜਾ ਔਖਾ ਹੁੰਦਾ ਹੈ। ਪਾਤਸ਼ਾਹ ਜੀ ਕਿਰਪਾ ਕਰਦੇ, ਇਹ ਆਪਣੀ ਆਵਾਜ਼ ਹੈ। ਹਰ ਵੇਲੇ ਪ੍ਰਸ਼ਾਦਿਆਂ ਦਾ ਮਗਰਾ ਨਾਲ ਹੁੰਦਾ ਸੀ, ਜਿੱਥੇ ਮੰਗਿਆ ਉੱਥੇ ਹੀ ਨਾਲ। ਗੜਵਾ ਜਲਦਾ ਬਾਬਾ ਵੀਰ ਸਿੰਘ ਨੇ, ਉਦੋਂ ਗੜਵਾ ਕਹਿੰਦੇ ਹੁਣ ਹਮੇਸ਼ਾ ਹੀ ਨਾਲ ਰਹੂਗਾ, ਕਦੇ ਐਸਾ ਨਹੀਂ ਕਿ ਜਲ ਹੈ ਨਹੀਂ। ਸੋ ਇਸ ਵਾਸਤੇ ਸਾਧ ਸੰਗਤ ਜੀ, ਉਹਨਾਂ ਲੋਕਾਂ ਦੀ ਜੀਵਨੀ ਤੋਂ ਸਿੱਖਿਆ ਮਿਲਦੀ, ਜਦੋਂ ਸੰਗਤ ਆਓ ਮਹਾਰਾਜ, ਆਓ ਮਹਾਰਾਜ, ਆਓ ਮਹਾਰਾਜ, ਨਾ ਹੀ ਮਹਾਰਾਜ ਸਿੰਘ ਪੈ ਗਿਆ। ਤੇ ਸਾਡੀ ਬੋਲੀ ਕਿਵੇਂ ਵਿਗੜ ਗਈ? ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਫਿੱਕਾ ਬੋਲ ਬਗੁਚਣਾ, ਸੁਣ ਮੂਰਖ ਮਨ ਅਜਾਣ। ਮਿੱਠਾ ਬੋਲਣ 'ਚ ਕੋਈ ਜ਼ੋਰ ਨਹੀਂ ਲੱਗਦਾ ਹੈ। ਤੇ ਜੇ ਸਾਧ ਸੰਗਤ ਮਿੱਠਾ ਬੋਲੇ, ਨਿਭ ਚੱਲੇ ਹੱਥੋਂ ਵੀ ਕਿਛ ਦੇ। ਰੱਬ ਤਿਨਾਂ ਦੀ ਬੁਕਲੀ ਜੰਗਲ ਕਿਆ ਟੰਡੇ। ਬਾਬਾ ਖੁਦਾ ਸਿੰਘ ਜੀ ਮਹਾਰਾਜ ਜੀ ਨੇ ਬਚਨ ਕੀਤੇ ਸਨ। ਪਾਤਸ਼ਾਹ ਜੀ ਸੋਝੀ ਦਿੰਦੇ ਹਨ, ਮਾਨਸ ਦੇਹ ਪਾਏ ਪਦ ਹਰ ਭਜ। ਜਿਹੜੇ ਹਰੀ ਦਾ ਭਜਨ ਕਰਦੇ ਆ, ਉਹ ਮਹਾਨ ਪਦਵੀ ਜਿਹੜੀ ਹੈ, ਗਿਆਨ ਤੋਂ ਵੱਧ ਮੋਕਸ਼ ਪਦ ਨੂੰ ਪ੍ਰਾਪਤ ਕਰ ਲੈਣਾ ਕਰਦੇ ਹਨ। ਨਾਨਕ ਬਾਤ ਬਤਾਈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਸਾਡੇ ਜੋ ਬਜ਼ੁਰਗ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਹੜਾ ਬਚਨ ਉਹਨਾਂ ਨੇ ਦੱਸਿਆ, ਅਸੀਂ ਉਸੇ ਬਚਨ ਨੂੰ ਮੁੜ ਕੇ ਤੁਹਾਨੂੰ ਦੁਹਰਾਇਆ, ਰਿਪੀਟ ਕੀਤਾ ਹੈ। ਜਿਹੜੇ ਤੁਸੀਂ ਬੱਚੇ ਨੂੰ ਭੇਜਦੇ ਨਾ 2-3 ਵਾਰੀ ਕਹਿੰਦੇ, ਕਾਕਾ ਭੁੱਲ ਨਾ ਜਾਈ, ਇਹ ਗੱਲ ਲੜ ਬਣ ਲੈ। ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਬਚਨ ਸਾਨੂੰ ਦੱਸਿਆ, ਅਸੀਂ ਉਸੇ ਬਚਨ ਨੂੰ ਤੁਹਾਨੂੰ ਗਾਂ ਦੱਸਿਆ। ਸੋ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਿਧਾਂਤ ਆ, ਉਹਦੇ ਅਨੁਸਾਰ ਹੀ ਅਸੀਂ ਕਹਿੰਦੇ ਬਾਣੀ ਆਚਾਰੀ ਹੈ, ਉਸ ਤੋਂ ਬਾਹਰ ਨਹੀਂ ਗਏ। ਕਿੰਨਾ ਆਪਣੇ ਬਜ਼ੁਰਗ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਉਸ ਗੱਦੀ 'ਤੇ ਬੈਠੇ ਸਤਿਕਾਰ ਕਰਦੇ ਆ। 6ਵੇਂ ਪਾਤਸ਼ਾਹ ਜਿਲੇ ਜਾਂਦੇ ਸੀ, ਪਹਿਲਾਂ ਗੱਦੀ ਨੂੰ ਨਮਸਕਾਰ ਕਰਦੇ ਸੀ। ਇਹ ਗੱਦੀ ਮੇਰੀ ਨਹੀਂ, ਇਹ ਧੰਨ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ। ਫਿਰ ਮੱਥਾ ਟੇਕ ਕੇ ਬੜੇ ਅਦਬ ਵਿੱਚ ਉੱਤੇ ਸਜਦੇ ਹੁੰਦੇ ਸੀ। ਇੰਨਾ ਸਤਿਕਾਰ ਗੱਦੀ ਦਾ ਕਰਦੇ ਸੀ। ਅੱਜ ਤਾਂ ਸਾਨੂੰ ਉਹ ਸਤਿਕਾਰ ਵਾਲੀ ਭਾਵਨਾ ਹੀ ਭੁੱਲ ਗਈ ਹੈ। ਨਾ ਸਾਧੂ ਸੰਤਾਂ ਦਾ, ਨਾ ਕੋਈ ਗੁਰੂ ਜਨਾਂ ਦਾ, ਨਾ ਕੋਈ ਸੰਗਤ ਦਾ, ਨਾ ਕੋਈ ਮਾਂ ਪਿਓ ਦਾ। ਘਰਾਂ ਚਲੇ ਜਾਓ, ਬੱਚੇ ਸੋਫਿਆਂ ਦੇ ਬੈਠੇ ਮੋਬਾਈਲ ਦੇਖੀ ਜਾਂਦੇ ਆ। ਕਿਸੇ ਨੇ ਉੱਠ ਕੇ ਖੜਨਾ ਨਹੀਂ, ਕਿਸੇ ਨੇ ਜੀਆ ਨਹੀਂ ਕਰਨਾ। ਜਲ ਪਾਣੀ ਪੁੱਛਣਾ ਜਾਂ ਆਸਣ ਦੇਣਾ, ਆਗਤੰ ਸੁਆਗਤੰ ਸਾਰੰਗ, ਭੋਜਨ ਚਾ ਕਿਰਤੰ ਸਾਰੰਗ, ਰਾਤਰੀ ਜਾਂ ਜਾਗਰਣ ਸਾਰੰਗ, ਇਹ ਜਿਹੜੀਆਂ ਚੀਜ਼ਾਂ ਉਹ ਤਾਂ ਸਾਰੀਆਂ ਭੁੱਲ ਭੁਲਾ ਗਈਆਂ। ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਨੇ ਡਿਗਰੀਆਂ ਡਿਪਲੋਮੇ ਦੇ ਦਿੱਤੇ ਹੈ, ਪਰ ਇਹ ਪੜ੍ਹਾਈ ਨਹੀਂ ਕਰਾਈ। ਜਿਹੜੀ ਸਾਡੇ ਦੇਸ਼ ਦੀ ਪਰੰਪਰਾ ਸੀ, ਉਹ ਅੱਜ ਅਸੀਂ ਭੁਲਾ ਬੈਠੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਦੇ ਘਰ 'ਚੋਂ ਸਮੱਤ ਲੈ ਕੇ ਆਪਾਂ ਇੱਧਰ ਤੁਰਾਂਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਬਖਸ਼ਿਸ਼ ਕਰਨਗੇ। ਬਹੁਤ ਜਨਮ ਭਰਮ ਤੈ ਹਾਰਿਓ, ਅਸਤਰ ਮਤ ਨਹੀਂ ਪਾਈ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਮਨੁੱਖ ਜਨਮ ਮਿਲਿਆ ਸੀ, ਹੋਰ ਜੂਨੀਆਂ ਤਾਂ ਸਮਾਂ ਨਹੀਂ ਸੀ ਮਿਲਣਾ। ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ। ਉਹ ਤੂੰ ਵਿਚਾਰਿਆ ਨਹੀਂ ਕਿ ਤੈਨੂੰ ਮਨੁੱਖ ਜਨਮ ਮਿਲਿਆ, ਕਿ ਤੂੰ ਹੁਣ ਭਜਨ ਕਰਕੇ ਅਸਥਿਰ ਬੁੱਧੀ, ਆਤਮਾ ਵਿਸ਼ੈਣੀ, ਆਤਮਾ ਗਿਆਨ ਵਾਲੀ ਬੁੱਧੀ ਪ੍ਰਾਪਤ ਕਰ ਲੈਂਦਾ।
ਮੁਕਤੀ ਨੂੰ ਪ੍ਰਾਪਤ ਕਰ ਲੈਂਦਾ। ਨੌਵੇਂ ਪਾਤਸ਼ਾਹ ਕਹਿੰਦੇ ਇਹ ਤੂੰ ਭੁੱਲ ਗਿਆ। ਜਿਹਦੇ ਤੇ ਉਹ ਕਿਰਪਾ ਕਰਦੇ ਹੈ ਉਹਨਾਂ ਨੂੰ ਪਿਆਰ ਹੋਏ ਸੋਝੀ ਆਉਂਦੀ ਹੈ। ਪਰ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਫਿਰ ਵੀ ਜਗਾ ਰਹੇ। ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਵਿਦਿਆ ਦੀ ਨੀਂਦ ਵੀ ਸੁੱਤਾ ਪਿਆ ਸੰਸਾਰ ਉੱਠ ਜਾਗ ਘਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ। ਇਸ ਵਾਸਤੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸੋਝੀ ਬਖਸ਼ਿਸ਼ ਕਰਨ। ਸਤਿਗੁਰ ਸੱਚੇ ਪਾਤਸ਼ਾਹ ਦੇ ਘਰ ਦੀ ਪ੍ਰੀਤ ਔਰ ਚਰਨਾਂ ਦੀ ਪ੍ਰੀਤੀ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਏਕੈ ਅਵਰ ਨਹੀਂ ਕੋ ਲੇਖੈ, ਸੰਤ ਲਾਗ ਮਨੇ ਛਾੜ ਦੁਬਦਾ ਕੀ ਗੁਰੀਆ। ਦਵੈਸ਼ ਦੀ ਪੱਗ ਡੰਡੀ ਤਿਆਗ ਕੇ ਜਿਹੜਾ ਗੁਰਮਤਿ ਗਾਡੀ ਰਾਹ ਮਹਾਰਾਜ ਨੇ ਚਲਾਇਆ, ਔਰ ਵੱਧ ਤੋਂ ਵੱਧ ਖੰਡੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਔਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਪੰਥ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਮੁਤਾਬਕ ਆਪਣਾ ਜੀਵਨ ਢਾਲ ਲਈਏ। ਫਿਰ ਸਤਿਗੁਰ ਸੱਚੇ ਪਾਤਸ਼ਾਹ ਮਹਾਨ ਬਖਸ਼ਾਂ, ਮਹਾਨ ਕਿਰਪਾ ਕਰਦੇ ਹਨ। ਜੋ ਸਤਿਗੁਰੂ ਜੀ ਨੇ ਸਾਡੇ ਤੇ ਪਰਉਪਕਾਰ ਕੀਤੇ ਹੈ, ਇਹ ਕਦੀ ਵੀ ਭੁਲਾਉਣੇ ਯੋਗ ਨਹੀਂ। ਉਹਨਾਂ ਦੀ ਕਿਰਪਾ ਦੇ ਨਾਲ ਹੀ ਖਾਲਸਾ ਪੰਥ ਦੀ ਦੇਸਾਂ ਪ੍ਰਦੇਸਾਂ 'ਚ ਚੜ੍ਹਦੀ ਕਲਾ ਹੋਣੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਔਰ ਗੁਰਸਿੱਖੀ ਧਾਰਨ ਕਰੋ, ਕਿਉਂਕਿ ਮਹਾਰਾਜ ਦੀ ਖੁਸ਼ੀ ਗੁਰਸਿੱਖੀ ਵਿੱਚ ਹੈ। ਜਦੋਂ ਮਹਾਰਾਜ ਨੇ ਗੁਰੂ ਹਰਿਰਾਏ ਸਾਹਿਬ ਨੂੰ ਗੱਦੀ ਬਖਸ਼ੀ, ਮਾਤਾ ਮਰਵਾਹੀ ਜੋ ਸੂਰਜਮਲ ਦੇ ਸਤਿਕਾਰਯੋਗ ਮਾਤਾ ਜੀ ਸੀ, ਰੱਥ ਜੋੜੇ ਦੇ ਚੱਲ ਪਏ। ਕਹਿੰਦੇ ਮਾਤਾ ਮਰਵਾਹੀ ਜੀ, ਤੇ ਮਹਾਰਾਜ ਗੁੱਸੇ ਹੋ ਕੇ ਚਲ ਗਏ। ਬਾਬੇ ਬਿਧੀ ਚੰਦ ਨੂੰ ਕਹਿਣ ਲੱਗੇ ਮੋੜ ਕੇ ਲਿਆਓ। ਲਿਆਂਦਾ, ਪੁੱਛਿਆ ਕੀ ਗੱਲ? ਕਹਿੰਦੇ ਗੱਦੀ ਪੋਤੇ ਨੂੰ ਦੇਤੀ, ਮੇਰਾ ਪੁੱਤ ਸੂਰਜਮਲ ਜੋਗ ਸੀ। ਮਹਾਰਾਜ ਨੇ ਸੂਰਜਮਲ ਨੂੰ ਬੁਲਾ ਲਿਆ। ਕਹਿਣ ਲੱਗੇ ਸੂਰਜਮਲ ਗੱਦੀ ਤੈਨੂੰ ਦੇ ਦਈਏ? ਕਹਿੰਦੇ ਮਹਾਰਾਜ ਮੈਨੂੰ ਸਿੱਖੀ। ਤਿੰਨ ਬਚਨ ਕਹਿੰਦੇ ਸਿੱਖੀ। ਕਹਿੰਦੇ ਸੂਰਜਮਲ ਜਿਹਨੂੰ ਗੁਰੂ ਨਾਨਕ ਦੀ ਸਿੱਖੀ ਮੰਗ ਲਈ ਉਹਨੂੰ ਸਭ ਕੁਝ ਮਿਲ ਗਿਆ। ਅੱਜ ਅਸੀਂ ਸਿੱਖੀ ਛੱਡੀ ਜਾਂਦੇ ਹਾਂ। ਸਿੱਖੀ ਸਾਡੇ ਕੋਲ, ਅਸੀਂ ਸਿੱਖ ਹਾਂ। ਜੇ ਸਾਡੇ ਕੋਲ ਸਿੱਖੀ ਨਹੀਂ, ਅਸੀਂ ਸਿੱਖ ਨਹੀਂ ਹੈਗੇ। ਸਿੱਖ ਉਹ ਹੈ ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਇਸ ਕਰਕੇ ਗੁਰਸਿੱਖ ਬਣੋ, ਮਹਾਰਾਜ ਦੇ ਆਸ਼ੇ ਮੁਤਾਬਕ ਚੱਲੋ। ਆਪਣਾ ਕਿੰਨਾ ਪ੍ਰਦੇਸਾਂ ਵਿੱਚ ਆਏ ਹਾਂ, ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਦੇ ਪਾਤਰ ਬਣਨ ਵਾਸਤੇ ਗੁਰੂ ਦੇ ਸਿਧਾਂਤਾਂ, ਚਾਹੇ ਕੋਈ ਦੇਸ਼ ਵਿੱਚ ਹੈ ਚਾਹੇ ਕੋਈ ਪ੍ਰਦੇਸ਼ ਵਿੱਚ ਹੈ, ਸਾਰਿਆਂ ਪਾਸੇ ਮਹਾਰਾਜ ਦਾ ਹੁਕਮਨਾਮਾ ਜਿਹੜਾ ਹੈ ਉਹ ਇੱਕੋ ਹੀ ਹੈ। ਉਹਦੇ ਮੰਨਣ ਵਿੱਚ ਹੀ ਭਲਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਮਿਹਰ ਕਰਨ, ਨਾਮਦਾਨ ਸਿੱਖੀ ਸਦਕ ਭਰੋਸਾ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਸਮੁੱਚੇ ਰੂਪ 'ਚ ਧੰਨਵਾਦ। ਔਰ ਮਹਾਰਾਜ ਮਿਹਰ ਕਰਕੇ ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਸੰਤ ਮਹਾਂਪੁਰਸ਼ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ, ਤਿੰਨਾਂ ਪਾਸੋਂ ਆਪਨੇ ਗੁਰਮਤਿ ਵਿਚਾਰਾਂ, ਗੁਰ ਸ਼ਬਦ ਵਿਚਾਰ ਸ਼ਰਵਣ ਕੀਤੇ।